ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਖਾਲਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾ ਸਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਯਹ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਯਹ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਬਹੁਤ ਹੀ ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ ਤੇ ਲਗਭਗ ਸਮਾਪਤੀ ਤੇ ਕਥਾ ਪਹੁੰਚੀ ਹੈ। ਜੋ ਉੱਤਰਾਰਧ ਭਾਗ ਦਾ ਅਖੀਰ ਦਾ ਅਧਿਆਏ 60ਵਾਂ ਅਧਿਆਏ ਹੈ, ਉਸ ਦੀ ਆਪਾਂ ਕਥਾ ਪੜ੍ਹ ਸੁਣ ਰਹੇ ਹਾਂ, ਜਿਹਦੇ ਵਿੱਚ ਗਿਆਨੀ ਜੀ ਨੇ ਕਲਯੁਗ ਦੇ ਸਾਰੇ ਜ਼ਮਾਨੇ ਦੀ ਅਦਲਾ ਬਦਲੀ ਐਸੇ ਲੱਛਣ ਦੱਸੇ ਕਿ ਕੀ ਹੋਇਆ, ਕਿਵੇਂ ਜਿਹੜੇ ਪੁਰਾਤਨ ਸਿੰਘਾਂ ਦਾ ਰਾਜ ਸੀ ਹੌਲੀ ਹੌਲੀ ਫਿਰ ਸਰਦਾਰਾਂ ਦੇ ਕੋਲੇ ਪੀੜ੍ਹੀ ਦਰ ਪੀੜ੍ਹੀ ਕਬਜ਼ੇ ਆਏ, ਕਿਵੇਂ ਫਿਰ ਉਹਨਾਂ ਦੇ ਸੁਭਾਅ ਬਦਲੇ, ਕਿਸ ਤਰ੍ਹਾਂ ਦੀਆਂ ਸ਼ਕੀਨੀਆਂ ਹੋਈਆਂ। ਉਹ ਸਾਰੇ ਹਾਲ ਮੈਂ ਖਾਸ ਕਰਕੇ ਜਿਹੜੇ ਮੈਣ ਦਾ ਬੀਏ ਸਨ ਉਹਨਾਂ ਦਾ ਆਪਾਂ ਕੱਲ ਭਾਈ ਜੀਵਨ ਜੋ ਗਿਆਨੀ ਜੀ ਨੇ ਦੱਸਿਆ ਪੜ੍ਹਿਆ ਸੁਣਿਆ। ਆਓ ਕੁਝ ਇਸ ਤਰ੍ਹਾਂ ਦੇ ਹੀ ਹਾਲਾਤ ਕਲਯੁਗ ਦੇ ਜੋ ਆਉਣ ਵਾਲੀ ਕਥਾ ਵਿੱਚ ਗਿਆਨੀ ਜੀ ਦੱਸ ਰਹੇ ਨੇ, ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਅਬ ਲਾਹੌਰ ਮੌਰ ਯੁੱਤ। ਹੁਣ ਕਹਿੰਦੇ ਭਾਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਤ ਕੁਝ ਹੋਰ ਜਿਹੜੀ ਉਹਨਾਂ ਦੇ ਰਾਜ ਵਿੱਚ ਐਸੇ ਕੁਝ ਸਰਦਾਰ ਵੀ ਸਨ, ਜਿਨ੍ਹਾਂ ਦੀ ਸਰਦਾਰ ਦਾ ਭਾਵ ਸਮਝਣਾ ਹੈ ਕਿ ਸਰਦਾਰ ਉਸ ਸਮੇਂ ਉਸ ਨੂੰ ਕਿਹਾ ਜਾਂਦਾ ਸੀ ਜੋ ਇਲਾਕੇ ਦਾ ਚੌਧਰੀ ਸੀ, ਭਾਵ ਕਿ ਜਿਨ੍ਹਾਂ ਵਿੱਚੋਂ ਬਹੁਤੇ ਸਿੱਖ ਪਰਿਵਾਰਾਂ ਵਿੱਚੋਂ ਵੀ ਹੁੰਦੇ ਸੀ, ਹੋਰ ਵੀ ਹੁੰਦੇ ਸਨ। ਤੋ ਕਹਿਣ ਦਾ ਇੱਥੇ ਸਰਦਾਰ ਦਾ ਇੱਕ ਤਾਂ ਹੁੰਦਾ ਵੀ ਦਸਤਾਰ ਬੱਧੀ, ਹੋਰ ਆਪਾਂ ਕਹਿੰਦੇ ਵੀ ਸਰਦਾਰ ਜੀ ਹੈ,
ਇੱਥੇ ਜਿਹੜੇ ਸਰਦਾਰਾਂ ਦੀ ਕਥਾ ਹੈ ਇਹ ਹੈ ਜਿਹੜੇ ਪੀੜ੍ਹੀ ਦਰ ਪੀੜ੍ਹੀ ਜਗੀਰਦਾਰ ਲੋਕ ਸਨ, ਉਹਨਾਂ ਦੀ ਗੱਲ ਕਰ ਰਹੇ ਨੇ ਗਿਆਨੀ ਜੀ। ਕਹਿੰਦੇ ਹੁਣ ਕਹਿ ਅਬ ਲਾਹੌਰ ਮੌਰ ਯੁੱਤ। ਲਾਹੌਰ ਮੌਰ ਮਹਾਰਾਜਾ ਰਣਜੀਤ ਸਿੰਘ ਸਮੇਤ ਹੋਰ ਦੱਸਦੇ ਹਾਂ ਸਭ ਪੰਜਾਬੀਓ ਕੇ ਰਹਿ ਜੀ। ਸਾਰੇ ਪੰਜਾਬੀਆਂ ਦੀ ਜੋ ਮਹਾਰਾਜ ਨੇ ਮੁਲਕ ਅਜਾਰੇ, ਜੋ ਮਹਾਰਾਜੇ ਨੇ ਮੁਲਕ ਜਿਹੜੇ ਠੇਕੇ ਤੇ ਔਰੇ ਦਏ ਅਗੇ ਰਹਿ ਜੀ, ਉਹਨਾਂ ਨੂੰ ਹੋਰਾਂ ਨੂੰ ਅੱਗੇ ਦੇ ਦਿੱਤੇ ਸਨ। ਉਹਨਾਂ ਸਮਿਆਂ 'ਚ ਐਸਾ ਹੁੰਦਾ ਸੀ ਕਬਜ਼ਾ ਕਰਕੇ ਉਹਨੂੰ ਫਿਰ ਮਾਮਲੇ ਤੇ ਕਿ ਤੇਰੇ ਕੋਲੋਂ ਇੰਨਾ ਮਾਮਲਾ ਮੈਂ ਇਸ ਇਲਾਕੇ ਦਾ ਲਵਾਂਗਾ, ਇਹਦਾ ਹੁਣ ਤੂੰ ਮੁਖੀ ਹੈ। ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਰਾਜ ਹੁੰਦੇ ਸਨ। ਤੇ ਉਹ ਫਿਰ ਇੱਕ ਤਰ੍ਹਾਂ ਨਾਲ ਜਿਵੇਂ ਹੁਣ ਠੇਕੇ ਤੇ ਜ਼ਮੀਨ ਦੇ ਦਿੰਦੇ ਆ, ਉਹਨਾਂ ਸਮਿਆਂ 'ਚ ਏਰੀਏ ਠੇਕੇ ਤੇ ਦੇ ਦਿੰਦੇ ਸੀ ਕਿ ਇਹਦਾ ਮਾਮਲਾ ਤੂੰ ਕਰਾਉਣਾ, ਇੰਨੇ % ਮੈਨੂੰ ਦੇਣਾ, ਤੂੰ ਇਹਦਾ ਮੁਖੀ ਬਣ ਗਿਆ। ਤੋ ਜਿਹੜੇ ਅੱਗੇ ਹੋਰਾਂ ਨੂੰ ਦਿੱਤੇ ਸਨ ਮਹਾਰਾਜੇ ਨੇ, ਠੇਕੇਦਾਰ ਅਪਾਰ ਰਈਅਤੈ, ਬਹੁਤ ਠੇਕੇਦਾਰ ਜਿਹੜੇ ਫਿਰ ਪਰਜਾ ਦੀ ਜਾਨ ਪਰਾਈ ਲੁੱਟੈ ਜੀ। ਇਹਨੂੰ ਪਰਜਾ ਨੂੰ ਪਰਾਈ ਜਾਣ ਕੇ ਲੁੱਟਦੇ ਸਨ। ਪਹਿਲੇ ਦੇਤੇ ਚੌਥਾਈ, ਫਿਰ ਪਹਿਲਾਂ ਤਾਂ ਚੌਥਾ ਹਿੱਸਾ ਦਿੰਦੇ ਸੀ, ਫਿਰ ਉਸ ਤੋਂ ਬਾਅਦ ਨਿਸਬ ਨ ਕਿਸ ਪੈ ਛੁਟੈ ਜੀ। ਫਿਰ ਗੁਰਮੁਖੋ ਐਸੇ ਹਾਲਾਤ ਵੀ ਉਹਨਾਂ ਬਣਾਤੇ ਕਿ ਅੱਧਾ ਹਿੱਸਾ ਵੀ ਕਿਸੇ ਕੋਲੇ ਨਹੀਂ ਬਚਦਾ ਸੀ। ਕਰੈ ਬਟਾਈ ਭਾਵਤ ਵਸਤੂ, ਮਨ ਭਾਉਂਦੀ ਵਸਤੂ ਜਿਹੜੀ ਹੈ ਉਹਦੀ ਚੀਜ਼ ਦੀ ਆਪਣੇ ਮਨ ਭਾਉਂਦੀ ਵਟਾਈ ਕਰਦੇ ਸੀ। ਔਰ ਮਾਮਲਾ ਲੈ ਹੈ ਭੀ, ਹੋਰ ਵੀ ਵੱਖਰਾ ਮਾਮਲਾ ਲੈਂਦੇ ਸਨ। ਜਿਤ ਵੱਲ ਸੈਨ ਚੜ੍ਹੈ ਸਰਕਾਰੀ, ਜਿਹਦੇ ਵੱਲ ਨੂੰ ਸਰਕਾਰੀ ਫੌਜਾਂ ਚੜ੍ਹਦੀਆਂ, ਐਨ ਖੁਆਰੀ ਕਰ ਹੈ ਜੀ, ਪੂਰੀ ਖੁਆਰੀ ਕਰਦੀਆਂ ਸਨ। ਬਾਹਰ ਤੈ ਖੇਤੀ ਖਾ ਸੁੱਟੈ, ਬਾਹਰੋਂ ਖੇਤੀ ਖੋਹ ਲੈਂਦੇ ਸੀ। ਘਰੋਂ ਵਸਤ ਸਭ ਹਰ ਹੈ ਜੀ, ਤੇ ਘਰਾਂ ਚੋਂ ਵੀ ਸਭ ਵਸਤੂਆਂ ਚਰਾ ਲੈਂਦੇ ਸਨ। ਗੱਡੇ ਬੈਲ ਜੱਟਣ ਕੇ ਫੜ ਫੜ, ਫਿਰ ਜੱਟਾਂ ਦੇ ਗੱਡੇ ਬਲਦ ਫੜ ਕੇ ਜਬਰਨ ਬੋਝ ਲਦੈ ਹੈ ਥੀ। ਉਹ ਫਿਰ ਚੌਧਰੀ ਜਬਰਨ ਜ਼ਬਰਦਸਤੀ ਉਹਨਾਂ ਤੇ ਭਾਰ ਲਦਾਉਂਦੇ ਸਨ। ਖੈਂਚ ਨਾ ਸਕੈ ਬੈਲ ਜਿਸ ਠੌਰੈ, ਜਿਹੜੀ ਜਗ੍ਹਾ ਕੋਈ ਬਲਦ ਫਿਰ ਗੱਡੇ ਨੂੰ ਖਿੱਚ ਨਹੀਂ ਸੀ ਸਕਦੇ। ਮਾਰੈ ਤਰਸ ਨ ਕਹਿ ਥੀ, ਬਲਦਾਂ ਨੂੰ ਕੁੱਟਦੇ ਮਾਰਦੇ ਸੀ, ਤਰਸ ਨਹੀਂ ਸੀ ਕਰਦੇ। ਥੇ ਨਿਰਦਈ ਮਝੈਲ ਸਹਿਜ ਹੀ, ਕਹਿੰਦੇ ਇਹਦੇ ਵਿੱਚ ਕੁਝ ਮਾਝੇ ਦੇ ਐਸੇ ਸਰਦਾਰ ਸਨ ਜਿਹੜੇ ਸਹਿਜੇ ਸੁਭਾਵ ਕੀ ਨਿਰਦਈ ਸਨ। ਚੜੀ ਹਕੂਮਤ ਸਾਨ ਖਰੈ, ਤੇ ਉਤੋਂ ਹੁਕੂਮਤ ਦੀ ਤਿੱਖੀ ਸਾਨ ਚੜ ਗਈ ਸੀ। ਫਿਰ ਕਿਉਂ ਨਹਿ ਲੁੱਟ ਮਾਰ ਦੁਖ ਦੇਹ, ਦੋ ਚੀਜ਼ਾਂ ਹੋ ਗਈਆਂ। ਫਿਰ ਕਹਿੰਦੇ ਭਲਾ ਲੁੱਟ ਮਾਰ ਦੁੱਖ ਕਿਉਂ ਨਹੀਂ ਦੇਣਗੇ। ਰਈਅਤ ਤਈ ਮਹਾਨ ਤਰੈ, ਜੋ ਪਰਜਾ ਤਈ ਬਹੁਤੀ ਹੀ। ਬੇਟੀ ਬਹੂ ਪਿਖੈ ਜਿਹੇ ਸੁੰਦਰ, ਇਹੋ ਜਿਹੇ ਵੀ ਹੋ ਗਏ ਸਨ ਕਿ ਕਿਸੇ ਦੀ ਬੇਟੀ ਬਹੁ ਸੁੰਦਰ ਵੇਖ ਲੈਂਦੇ। ਜਬਰਨ ਤਾਹੇ ਬਿਗਾਰੈ ਥੀ, ਉਹਨੂੰ ਜਬਰਨ ਵਿਗਾੜਦੇ ਸਨ। ਬੁਰਛੇ ਲੋਗ ਤਲੰਗੇ ਚੰਗੇ, ਜਿਹੜੇ ਬੁਰਛੇ ਕਹੀਏ ਮੂਰਖ ਜੱਡ ਬੰਦੇ, ਤਲੰਗੇ ਕਹਿੰਦੇ ਨੇ ਬਦਮਾਸ਼, ਇਹ ਕਹਿੰਦੇ ਬਹੁ ਉਹਨਾਂ ਸਮਿਆਂ 'ਚ ਚੰਗੇ ਹੋ ਗਏ। ਨਹਿ ਤਬ ਰਹੇ ਅਪਾਰੈ ਥੀ, ਭਾਵ ਬੁਰਛੇ ਲੋਗ ਤਲੰਗੇ, ਇੱਥੇ ਚੰਗੇ ਨੂੰ ਦੂਜੇ ਪਾਸੇ ਜੋੜ ਲੈਣਾ। ਮੂਰਖ ਜੱਡ ਬਦਮਾਸ਼ ਬਹੁਤੇ ਹੋ ਗਏ, ਚੰਗੇ ਨਹਿ ਤਬ ਰਹੇ ਅਪਾਰੈ ਥੀ, ਬਹੁਤੇ ਨਹੀਂ ਸੀ ਰਹੇ, ਭਾਵ ਚੰਗੇ ਬੰਦੇ ਘੱਟ ਰਹਿ ਗਏ। ਯਾਹੀ ਤੈ ਰਈਅਤ ਦੁਖਿਆਰੀ,
ਇਸ ਕਰਕੇ ਜਿਹੜੀ ਪਰਜਾ ਸੀ ਉਹ ਦੁਖਿਆਰੀ ਹੁੰਦੀ, ਬਾਰੀ ਬਾਰੀ ਐਸ ਰਰੈ। ਤੇ ਇਹੋ ਜਿਹੇ ਵੀ ਹਾਲਾਤ ਸਿੱਖ ਸਰਦਾਰਾਂ ਨੇ ਬਣਾਤੇ ਸੀ ਕਿ ਪਰਜਾ ਬਾਰ-ਬਾਰ ਇਉਂ ਕਹਿਣ ਲੱਗ ਪਈ, ਹੇ ਪ੍ਰਭ ਰਾਜ ਸਿੰਘਨ ਕਾ ਨਾਸੈ, ਵੀ ਇਹ ਪਰਮੇਸ਼ਰ ਇਦੋਂ ਤਾਂ ਇਹੋ ਜਿਹੇ ਸਿੰਘਾਂ ਦਾ ਰਾਜ ਹੀ ਖਤਮ ਹੋ ਜੇ। ਅਬ ਇਹ ਭਏ ਮਲੇਛ ਖਰੈ, ਕਿਉਂਕਿ ਹੁਣ ਇਹ ਉਹ ਸਿੰਘ ਨਹੀਂ ਰਹੇ ਤਾਂ ਮਲੇਛਾਂ ਤੋਂ ਵੀ ਭੈੜੇ ਹੋ ਗਏ ਹਨ। ਬਿਨ ਜੱਟਨ ਜੋ ਔਰ ਰਈਅਤ ਥੀ, ਤੇ ਜਿਹੜੇ ਜੱਟਾਂ ਤੋਂ ਬਿਨਾਂ ਬਾਕੀ ਪਰਜਾ ਸੀ ਨਾ, ਜਿਹੜੇ ਜ਼ਿਮੀਂਦਾਰਾਂ ਤੋਂ ਬਿਨਾਂ, ਵੱਡੇ ਜਿਹੜੇ ਜਗੀਰਦਾਰਾਂ ਤੋਂ ਬਿਨਾਂ, ਭੇਡ ਬੱਕਰੀਓ ਨਿਆਈ ਜੀ। ਆਮ ਪਰਜਾ ਨੂੰ ਤਾਂ ਭੇਡਾਂ ਬੱਕਰੀਆਂ ਦੀ ਨਿਆਈ ਸਮਝਦੇ ਸਨ। ਕਾਰਦਾਰ ਮੁਲਕਈਓ ਕੇ ਢਿੱਗ, ਜਿਹੜੇ ਮੁਲਕ ਦੇ ਅਹਿਲਕਾਰ ਸੀ ਉਹਨਾਂ ਦੇ ਕੋਲ ਪਕੜੀ ਰਹੇ ਸਦਾਈ ਜੀ। ਹਮੇਸ਼ਾ ਪਰਜਾ ਇੱਕ ਤਰ੍ਹਾਂ ਨਾਲ ਭੇਡਾਂ ਬੱਕਰੀਆਂ ਵਾਂਗੂ ਫੜੀ ਰਹਿੰਦੀ ਸੀ। ਜਿਸ ਕਾ ਪਿੰਡ ਜ਼ਮੀਨ ਧਾਮ ਚਹਿ, ਇਹ ਹਾਲਾਤ ਹੋ ਗਏ ਸੀ ਕਿ ਜਿਹਦਾ ਵੀ ਪਿੰਡ ਜ਼ਮੀਨ ਕੋਈ ਘਰ ਚਾਹੁੰਦੇ, ਛੀਨ ਕਰਿੰਦੇ ਲੇਹੀ ਜੀ, ਜਿਹੜੇ ਕਰਿੰਦੇ ਸਨ ਨਾ ਕਰਮਚਾਰੀ, ਉਹ ਖੋਹ ਲੈਂਦੇ ਸਨ। ਮਹਾਰਾਜ ਫਰਿਆਦ ਤਿਨੋਂ ਪਰ, ਇਹ ਉਹਨਾਂ ਲੋਕਾਂ ਦੇ ਉੱਤੇ ਮਹਾਰਾਜਾ ਜਿਹੜਾ ਸੀ ਲੋਕਾਂ ਦੀ ਫਰਿਆਦ ਕਬੀ ਨ ਕਾਹੇ ਸੁਨੇਹੀ ਜੀ, ਕਦੇ ਵੀ ਕਿਸੇ ਦੀ ਸੁਣਦਾ ਨਹੀਂ ਸੀ। ਐ ਪਰ ਜਬ ਵਹਿ ਹੋਏ ਤਵੰਗਰ, ਪਰ ਜਦੋਂ ਉਹ ਬਹੁਤ ਧਨੀ ਹੋ ਗਏ ਨਾ, ਲੂਟੈ ਤਿਨੈ ਮਹਾਰਾਜੇ, ਤੇ ਉਹਨਾਂ ਨੇ ਫਿਰ ਮਹਾਰਾਜੇ ਨੂੰ ਵੀ ਲੁੱਟਿਆ, ਭਾਵ ਉੱਥੋਂ ਵੀ ਪੈਸਾ ਹੜਪਣਾ ਸ਼ੁਰੂ ਕੀਤਾ। ਚੱਟੀ ਲੱਖੋਂ ਲੈ ਹੈ ਰੁਪਈਆ, ਤੇ ਇਸ ਤਰ੍ਹਾਂ ਜਿਹੜਾ ਉਹ ਲੋਕ ਸਨ, ਜਿਹੜਾ ਦੰਡ ਵੀ ਸੀ ਲੱਖਾਂ ਰੁਪਈਆ ਜੁਰਮਾਨਾ ਰੂਪ ਵਿੱਚ ਲੈਂਦੇ। ਫੇਰ ਦਹਿ ਤਿੰਨ ਵੱਡ ਕਾਜੇ, ਫਿਰ ਉਹਨਾਂ ਨੂੰ ਵੱਡੇ ਵੱਡੇ ਕੰਮਾਂ ਤੇ ਲਾਉਂਦੇ ਸਨ। ਮਦ ਮਾਖੀ ਜਿਉਂ ਵਹਿ ਫਿਰ ਸੰਚੈ, ਤੇ ਉਹ ਜਿਹੜੇ ਲੋਕ ਸਨ ਉਹ ਮਧੂ ਮੱਖੀਆਂ ਵਾਂਗੂ ਫਿਰ ਹੌਲੀ ਹੌਲੀ ਇਕੱਠਾ ਕਰਨ ਲੱਗ ਜਾਂਦੇ। ਛੀਨ ਨ੍ਰਿਪ ਸਭ ਲੈ ਹੈ ਜੀ, ਤੇ ਜਿਹੜੇ ਛੋਟੇ ਛੋਟੇ ਰਾਜੇ ਬਣੇ ਹੋਏ ਸੀ ਫਿਰ ਖੋਹ ਲੈਂਦੇ ਸਨ। ਦੌਲਤ ਨ੍ਰਿਪਨ ਕੀ ਨ੍ਰਿਪਨ ਕੇ, ਇਸ ਤਰ੍ਹਾਂ ਕਹਿੰਦੇ ਰਾਜਿਆਂ ਦੀ ਦੌਲਤ ਰਾਜਿਆਂ ਦੇ ਹੀ ਘਰ, ਘਰ ਹੀ ਮੈਂ ਜੋ ਰਹਿ ਹੈ ਜੀ। ਮੁੜ ਕੇ ਫਿਰ ਰਾਜਿਆਂ ਦੇ ਘਰ ਹੀ ਰਹਿੰਦੀ, ਭਾਵ ਆ ਜਾਂਦੀ ਸੀ ਵਾਪਸ। ਚੋਰ ਠੱਗਣ ਕੀ ਸੜਾਂ ਕਢਾਵੇ, ਜਿਹੜੇ ਕੋਈ ਚੋਰ ਸਨ ਠੱਗ ਸਨ ਉਹਨਾਂ ਦੀਆਂ ਸੜਾਂ, ਗਿੱਟੇ ਦੇ ਕੋਲ ਦੀਆਂ ਨਾੜਾਂ ਉਹ ਕਢਾ ਦਿੰਦੇ ਸੀ। ਕਹਿ ਹੱਥ ਨੱਕ ਪੱਗ ਕਾਟੈ ਥੀ, ਜਾਂ ਫਿਰ ਹੱਥ ਨੱਕ ਪੈਰ ਕੱਟ ਦਿੰਦੇ। ਯਾਰਨ ਕੋ ਭੀ ਚੱਟੀ ਮਾਹੇ, ਤੇ ਜਿਹੜੇ ਵਿਵਚਾਰੀ ਸਨ ਉਹਨਾਂ ਨੂੰ ਵੀ ਦੰਡ ਦੇ ਵਿੱਚ ਹਜ਼ਾਰਨ ਲੋਹੀ ਡਾਟੈ ਥੇ, ਹਜ਼ਾਰਾਂ ਰੁਪਈਆਂ ਤੱਕ ਦੰਡ ਦਿੰਦੇ ਸਨ। ਜੈਸੇ ਨ੍ਰਿਪ ਭਏ ਰਈਅਤ ਭੀ, ਫਿਰ ਜਦੋਂ ਜਿਹੋ ਜਿਹੇ ਰਾਜੇ ਹੋ ਗਏ ਉਸੀ ਪਰਜਾ ਵੀ ਹੋ ਗਈ। ਤੈਸੇ ਭਈ ਤਬੈ ਹੀ ਜੇ, ਪਰਜਾ ਵੀ ਭਾਈ ਫਿਰ ਉਸੇ ਤਰ੍ਹਾਂ ਦੀ ਹੀ ਹੋ ਗਈ। ਆਪਣੀ ਖੇਤੀ ਆਪ ਚੋਰੀਏ, ਫਿਰ ਆਪ ਦੀ ਖੇਤੀ ਨੂੰ ਹੀ ਆਪ ਹੀ ਚੋਰੀ ਚੋਰੀ ਡਰ ਨ੍ਰਿਪਨ ਲੁੱਟ ਖੈ ਹੀ ਜੇ, ਇਹ ਰਾਜਿਆਂ ਤੋਂ ਡਰਦੇ ਹੋਏ ਆਪ ਹੀ ਲੁੱਟ ਕੇ ਖਾ ਲੈਂਦੇ ਸੀ। ਇਹੋ ਜਿਹੇ ਹਾਲਾਤ ਬਣੇ। ਅੰਧੀ ਕੋ ਜਿਉਂ ਬੋਲਾ ਧੂਸੇ, ਜਿਵੇਂ ਅੰਨੇ ਨੂੰ ਬੋਲਾ ਘਸੀਟਦਾ ਹੈ, ਭਈ ਰੀਤ ਤਬ ਇਹ ਹੈ ਜੀ। ਕਹਿੰਦੇ ਇਹੋ ਜਿਹੀਆਂ ਰੀਤਾਂ ਹੋ ਗਈਆਂ। ਐ ਪਰ ਝਗੜੇ ਦਿਲੀ ਦ્વੈਸ਼ ਕੇ, ਪਰ ਜਿਹੜੇ ਝਗੜੇ ਦਿਲ ਦੀ ਈਰਖਾ ਦੇ ਸੀ, ਅਬ ਸਮ ਤਬ ਨਹਿ ਥੇ ਹੈ ਜੀ,
ਉਹ ਕਹਿੰਦੇ ਹੁਣ ਵਰਗੇ ਨਹੀਂ ਸੀ ਉਸ ਸਮੇਂ, ਵੀ ਦਿਲੀ ਨਹੀਂ ਸੀ ਕੋਈ ਈਰਖਾਵਤ ਝਗੜਾ ਹੁੰਦਾ। 1900 ਪੂਰੇ ਤੈ ਪਾਛੇ, ਫਿਰ 1900 ਬਿਕਰਮੀ ਜਦੋਂ ਪੂਰਨ ਹੋ ਗਿਆ, ਉਸ ਤੋਂ ਬਾਅਦ ਤਾਂ ਦਿਨ ਦਿਨ ਔਰ ਰੀਤੀ ਹੈ। ਕਹਿੰਦੇ ਉਹ ਦਿਨੋਂ ਦਿਨ ਗਿਆਨੀ ਜੀ ਕਹਿੰਦੇ ਭਾਈ ਹੁਣ ਤਾਂ ਹੋਰ ਹੀ ਰੀਤਾਂ ਬਣ ਗਈਆਂ। ਬਦਲਿਓ ਸਮਾਂ ਰਮਾ ਜਨ ਹੂਏ, ਇਹੋ ਜਿਹਾ ਸਮਾਂ ਬਦਲਿਆ ਕਿ ਲੋਕ ਐਸੇ ਚੱਲ ਪਏ ਚਾਲੇ। ਤਰਫ ਹੈ ਕਪਟ ਅਨੀਤੀ ਹੈ, ਛਲ ਦੀ ਤੇ ਅਨੀਤੀ ਬੇਇਨਸਾਫੀਆਂ ਦੀਆਂ ਦੇ ਰਾਹ ਤੇ ਚੱਲ ਪਏ ਲੋਕ। ਕਰਜ਼ਾ ਲੈ ਕੇ ਦੇਤ ਨ ਕੋ, ਕਹਿੰਦੇ ਹੁਣ ਇਹੋ ਜਿਹੇ ਹਾਲ ਹੋ ਗਏ ਕੋਈ ਕਰਜ਼ਾ ਲੈ ਕੇ ਵਾਪਸ ਨਹੀਂ ਕਰਦਾ। ਬਿਨ ਕੀਨੇ ਕਿਛ ਝਗੜੈ ਜੀ, ਤੇ ਬਿਨਾਂ ਕਿਸੇ ਕਾਰਨ ਤੋਂ ਦੁਨੀਆ ਲੜ ਪੈਂਦੀ ਹੈ। ਹੁਣ ਦਾ ਸਮਾਂ ਵੀ ਇਹ ਦੇਖਿਓ ਤੁਸੀਂ ਬਹੁਤ ਗੱਲਾਂ ਢੁਕਣੀਆਂ ਨੇ, ਤੇ ਅੱਗੇ ਆਉਣ ਵਾਲੀਆਂ ਗੱਲਾਂ ਦੀ ਵੀ ਗਿਆਨੀ ਜੀ ਭਵਿੱਖਬਾਣੀ ਵਿੱਚ ਹੀ ਕਰ ਗਏ। ਮੁਕਰ ਜਾਤ ਰਜਾਹਰ, ਮੁਕਰ ਜਾਤ ਰਾਜਿਸਟਰੀਆਂ, ਗਿਆਨੀ ਜੀ ਕਹਿੰਦੇ ਰਜਿਸਟਰੀਆਂ ਕਰਾਈਆਂ ਵੀ ਲੋਕੀ ਮੁੱਕਰ ਜਾਂਦੇ। ਤਾਮਸਕ ਕਰਵਾ ਦਗਰੈ ਜੀ, ਤੇ ਤਾਮਸਕ ਚਿਰਾਂ ਬਾਅਦ ਇਸ ਤਰ੍ਹਾਂ ਦਾ ਹਾਲਾਤ ਕਰਾ ਦਿੰਦੇ ਸਨ। ਸੁੱਤ ਪਿਤ ਮਾਤ ਸੁਤਾ ਗੁਰ ਚੇਲਾ, ਪੁੱਤਰ ਪਿਤਾ ਮਾਂ ਪੁੱਤ ਗੁਰੂ ਚੇਲਾ ਕੋਈ ਸ਼ਰਮ ਨਹੀਂ ਰਹੀ। ਪਤ ਧੀਏ ਦੋਸਤ ਭਾਈ ਜੇ, ਪਤੀ ਇਸਤਰੀ ਦੋਸਤ ਭਰਾ ਜੋ ਸਾਰੇ ਹਨ। ਪਿਖੀਅਤ ਤੁੱਛ ਬਾਤ ਪਰ ਝਗਰਤ, ਕਹਿੰਦੇ ਥੋੜੀ ਜੀ ਗੱਲ ਤੇ ਹੀ ਲੜਦੇ ਵੇਖੇ ਜਾਂਦੇ, ਵੀ ਮਾੜੀ ਜੀ ਗੱਲ ਤੇ ਦੁਨੀਆ ਲੜ ਪੈਂਦੀ ਹੈ। ਵਿੱਚ ਕਚਹਿਰੀ ਜਾਈ ਜੇ, ਤੇ ਕਚਹਿਰੀਆਂ 'ਚ ਜਾਂਦੇ ਹਨ। ਪਿਖ ਨੁਕਸਾਨ ਏਕ ਕਾ ਦੂਸਰ, ਤੇ ਇੱਕ ਦਾ ਦੂਜਾ ਨੁਕਸਾਨ ਵੇਖ ਕੇ ਖੁਸ਼ੀ ਮਨਾਵਤ ਭਾਰੀ ਹੈ, ਸਗੋਂ ਬਹੁਤ ਖੁਸ਼ੀ ਮਨਾਉਂਦੇ ਆ। ਇਹ ਹਾਲਾਤ ਹੁਣ ਨੇ। ਆ ਇੱਕ ਦਿਨ ਮੈਂ ਪੜ੍ਹ ਰਿਹਾ ਸੀ, ਕੋਈ ਲੁਧਿਆਣੇ ਦਾ ਡਾਕਟਰ, ਉਹ ਰੰਗਰੇਟਾ ਲਿਖਦਾ ਆਪਦੇ ਆਪ ਨੂੰ ਨਾਲ, ਤੇ ਉਹਨੇ ਆ ਹੁਣ ਬਾਰਿਸ਼ ਨਾਲ ਫਸਲਾਂ ਖਰਾਬ ਹੋਈਆਂ ਤੇ ਉਹ ਤਾੜੀਆਂ ਮਾਰ ਮਾਰ ਹੱਸ ਕਹੇ ਬਈ ਆਹ ਦੇਖ ਲਓ ਜੀ ਜ਼ਿਮੀਂਦਾਰ ਹੁਣ ਸਵਾਦ ਆਇਆ, ਹੁਣ ਆਇਆ। ਦੱਸੋ ਭਲਿਓ ਬਈ ਜੀ ਉਹ ਤਾਂ ਫੇਰ ਵੀ ਜਰ ਲੈਣਗੇ ਵਾਹਿਗੁਰੂ ਦਾ ਭਾਣਾ ਮੰਨ ਕੇ, ਤੇ ਪਰ ਖਾਣੀ ਤਾਂ ਸਾਰਿਆਂ ਨੇ ਹੀ ਹੈ। ਜੇ ਘੱਟ ਨਿਕਲੋ ਉਨੀ ਮਹਿੰਗੀ ਉਹ ਫਿਰ ਲੈ ਕੇ ਤਾਂ ਸਾਰੀ, ਉਹ ਤਾਂ ਚੱਲ ਉਹਨੂੰ ਪੁੱਛੇ ਵੀ ਮਾਂ ਪੁੱਤਾ ਤੂੰ ਤਾਂ ਬੈਠਾ ਸ਼ਹਿਰ 'ਚ, ਪੈਸਾ ਹੈਗਾ ਤੇਰੇ ਕੋਲੇ, ਤੇ ਤੂੰ ਦੂਜਿਆਂ ਨੂੰ ਭੜਕਾਈ ਜਾਂਦਾ ਹੈ ਜਾਤਾਂ ਪਾਤਾਂ ਦੇ ਨਾਂ ਤੇ। ਤੇ ਉਹ ਜਦੋਂ ਵੀ ਉਹਦੇ 2-3 ਮੈਨੂੰ ਕਿਸੇ ਨੇ ਭੇਜੀਆਂ, ਕਹਿੰਦੀ ਦੇਖ ਲਓ ਬਸ ਉਹਦੀ ਇੱਕੋ ਹੀ ਗੱਲ ਹੈ ਕਿ ਜਿੰਨੀਆਂ ਜੱਟਾਂ ਨੂੰ ਗਾਲਾਂ ਹੀ ਕੱਢੀ ਜਾਂਦਾ, ਵੀ ਫੇਰ ਕੀ ਹੋ ਜਾਊਗਾ। ਹੋਣਾ ਤਾਂ ਭਾਈ ਆਪਦੀ ਮਿਹਨਤ ਮਸ਼ੱਕਤ ਨਾਲ, ਗਾਲਾਂ ਕੱਢ ਕੇ ਕਿਸੇ ਨੂੰ ਪਿੱਛੇ ਨਹੀਂ ਕਰ ਸਕਦਾ ਤੂੰ। ਇਹੋ ਜਿਹੇ ਲੋਕ ਜਿਹੜੇ ਨੇ ਇਹ ਜਾਣ ਬੁੱਝ ਕੇ ਸਮਾਜ ਦੇ ਵਿੱਚ ਜਿਹੜਾ ਹੈ ਉਹ ਲੜਾਈਆਂ ਝਗੜੇ ਪਵਾਉਣ ਵਾਸਤੇ ਆਏ ਹੁੰਦੇ ਆ। ਉਹ ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ। ਤੇ ਗਿਆਨੀ ਜੀ ਨੇ ਦੇਖੋ ਕਿੰਨਾ ਸਮਾਂ ਪਹਿਲਾਂ ਹੀ ਲਿਖਤੀਆਂ ਵੀ ਪਿਖ ਨੁਕਸਾਨ ਏਕ ਕਾ ਦੂਸਰ, ਖੁਸ਼ੀ ਮਨਾਵਤ ਭਾਰੀ ਹੈ। ਕਿਸੇ ਦਾ ਨੁਕਸਾਨ ਹੋਇਆ ਵੇਖ ਕੇ ਦੂਜਾ ਵੱਡੀ ਖੁਸ਼ੀ ਮਨਾਉਂਦਾ ਹੈ। ਸੁਲਹਾ ਸਲਾਹੇ ਤਜੀ ਆਪਣਿਓ ਸੈ, ਆਪਣਿਆਂ ਦੇ ਨਾਲ ਸੁਲ੍ਹਾ ਸਲਾਹ ਮੇਲ ਮਿਲਾਪ ਸਲਾਹ ਮਸ਼ਵਰੇ ਦੁਨੀਆ ਨੇ ਛੱਡ ਦਿੱਤੇ। ਪਰ ਸੈ ਰਾਖਤ ਯਾਰੀ ਹੈ, ਸਗੋਂ ਪਰਾਇਆਂ ਨਾਲ ਜਾਰੀ ਮਿੱਤਰਤਾ ਰੱਖਦੇ। ਝਗੜੋਂ ਕਲੋ ਅੰਕੁਰੋਂ ਕੇ ਹਿਤ, ਇਹ ਝਗੜਿਆਂ ਲੜਾਈਆਂ ਦੇ ਅੰਕੁਰਾਂ ਵਾਸਤੇ ਹੈ ਕਾਨੂੰਨ ਰਿਤ ਪਾਵਸ ਜੇ। ਇਹ ਕਾਨੂੰਨ ਜਿਹੜਾ ਹੈ ਤਾਂ ਕਹਿੰਦੇ ਇੱਕ ਤਰ੍ਹਾਂ ਨਾਲ ਵਰਖਾ ਦੀ ਰੁੱਤ ਵਰਗਾ ਹੀ ਹੈ। ਜਿਵੇਂ ਅੰਕੁਰ ਕਹਿੰਦੇ ਨੇ ਵੀ ਲੜਾਈ ਝਗੜਿਆਂ ਦਾ ਅੰਗੂਰ ਹੈ, ਬੀਜ ਤੋਂ ਨਿਕਲਿਆ ਹੋਇਆ ਇੱਕ ਅੰਗੂਰ ਅਖੂਆਂ ਕੁੰਬਲ, ਤੇ ਉਹਨਾਂ ਵਾਸਤੇ ਤਾਂ ਇਹ ਕਾਨੂੰਨ ਵਰਖਾ ਦੀ ਰੁੱਤ ਵਾਂਗੂ ਲੱਗਦਾ ਹੈ। ਹੁਣ ਮੇਘ ਵਕੀਲ ਢੀਲ ਬਿਨ ਪਾਲਤ,
ਤੇ ਜਿਹੜੇ ਵਕੀਲ ਨੇ ਇਹ ਬੱਦਲ ਵਾਂਗੂ ਸਗਾਂ ਦੀ ਝਗੜਿਆਂ ਨੂੰ ਵਧਾਉਂਦੇ ਨੇ, ਪਾਲਦੇ ਐ। ਬਿਨਾਂ ਕਹਿੰਦੇ ਦੇਰੀ ਤੋਂ ਇਹ ਪਾਲ ਰਹੇ ਨੇ ਇਸ ਝਗੜੇ ਲੜਾਈ ਰੂਪੀ ਦਰਖਤ ਦੀ। ਜਿਉਂ-ਜਿਉਂ ਇਹ ਵੱਧਦਾ ਹੈ ਨਾ ਕਾਨੂੰਨ, ਤਾਂ ਇਹਨੂੰ ਐਂ ਲੱਗਦਾ ਜਿਵੇਂ ਵਰਖਾ ਦੀ ਰੁੱਤ ਵਿੱਚ ਕਰੁੰਬਲਾਂ ਹੋਰ ਫੁੱਟਦੀਆਂ। ਤੇ ਵਕੀਲ ਜਿਹੜੇ ਐ ਉਹ ਬੱਦਲ ਵਾਂਗੂ ਬਿਨਾਂ ਦੇਰੀ ਤੋਂ ਲੜਾਈ ਝਗੜਿਆਂ ਨੂੰ ਪਾਲ ਰਹੇ ਐ। ਤੇ ਇਹੀ ਤੁਸੀਂ ਆਮ ਦੇਖ ਲਓ, ਕਿਸੇ ਵਕੀਲ ਕੋਲੇ ਚਲੇ ਜਾਓ, ਥੱਲੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਿਸੇ ਦੀ ਤਨਖਾਹ ਤਾਂ ਹੈ ਨਹੀਂ। ਕੋਈ ਚਲਿਆ ਜਾਵੇ ਉਹ ਕਹਿੰਦਾ ਲੈ ਇਹ ਵੀ ਕੋਈ ਕੰਮ ਆ, ਇਹ ਤਾਂ ਹੁਣੇ ਹੀ ਹੋਇਆ, ਲੈ ਤੇਰਾ ਤੂੰ ਬਸ ਐਂ ਕਰ, ਇਹ ਜਿਹਾ ਉਲਝਾ ਲੈਣਾ ਬੰਦੇ ਨੂੰ। ਤੇ ਰੱਬ ਰਾਖਾ ਕੋਈ ਬਿਰਲੇ ਹੈਗੇ ਆ ਜਿਨ੍ਹਾਂ ਦੇ ਅੰਦਰ ਪ੍ਰੇਮ ਭਾਵਨਾ ਹੈ, ਹੁਣ ਵੀ ਹੈ ਪੰਥ ਵਿੱਚ ਜਾਂ ਕੌਮਾਂ ਵਿੱਚ ਹੁੰਦੇ ਆ ਚੰਗੇ ਵੀ, ਪਰ ਬਹੁਤਿਆਂ ਦਾ ਹਾਲ ਬਿਨਾਂ ਗੱਲ ਤੋਂ ਉਲਝਾਉਣ ਦਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਭਾਈ ਮੇਘ ਵਕੀਲ ਢੀਲ ਬਿਨ ਪਾਲਤ। ਜਿਹੜੇ ਬੱਦਲ ਵਕੀਲ ਨੇ, ਬੱਦਲਾਂ ਦਾ ਰੂਪ ਬਣ ਕੇ ਹੀ ਇਹਨਾਂ ਝਗੜਿਆਂ ਨੂੰ ਬਿਨਾਂ ਦੇਰੀ ਤੋਂ ਪਾਲਦੇ ਨੇ। ਸੀਲ ਸਿਖਾਵਟ ਥਾਵ ਸਜੇ, ਤੇ ਉਲਟੀ ਸਿੱਖਾ ਦੇਣ ਦਾ ਉਹਨਾਂ ਦਾ ਸੁਭਾਅ ਬਣ ਗਿਆ ਹੈ। ਰੱਖਕ ਅਰਜੀ ਲੇਖਕ ਗਰਜੀ, ਜਿਹੜੇ ਅਰਜੀਆਂ ਲਿਖਣ ਵਾਲੇ ਚਾਹਵਾਨ, ਅਰਜੀ ਨਵੀਸ ਕਹਿ ਦਿੰਦੇ, ਅਰਜੀ ਨਵੀਸ, ਉਹ ਰਾਖੇ ਬਣੇ ਹੋਏ ਆ ਝਗੜਿਆਂ ਦੇ। ਬਾੜ ਅਪੀਲੈ ਬਹੁਤ ਹੈ, ਤੇ ਅਪੀਲਾਂ ਰੂਪੀ ਬਹੁਤ ਬਾੜਾਂ ਕਰ ਦਿੰਦੇ ਆ ਵੀ ਇਹ ਛੇਤੀ ਨਿਬੜੇ ਨਾ। ਕਜੀਏ ਕਾਲੰਗਾਰੀ ਖੇਤੀ, ਜਿਹੜੀ ਭਾਈ ਖੇਤੀ ਹੈ ਕਿਸਾਨ ਦੀ, ਕਜੀਏ ਕਾਲੰਗਾਰੀ ਖੇਤੀ ਭਾਵ ਆਮਦਨ ਰੂਪੀ ਖੇਤੀ ਹੈ ਨਾ, ਉਹਨਾਂ ਨੂੰ ਕਜੀਆਂ ਦੀ ਕਾਂਗਿਆਰੀ ਪੈ ਗਈ, ਭਾਵ ਮੁਕੱਦਮਿਆਂ ਦੀ ਕਾਂਗਿਆਰੀ। ਜਿਹੜੇ ਕਿਸਾਨ ਦੀ ਆਮਦਨ ਮੁਕੱਦਮਿਆਂ 'ਚ ਜਾਣ ਲੱਗ ਗਈ। ਫਿਰ ਛੇਤੀ ਕਿਵੇਂ ਬਿਰਧ ਹੈ, ਕਹਿੰਦੇ ਫੇਰ ਉਹ ਦੱਸੋ ਛੇਤੀ ਕਿਵੇਂ ਵਧੇ। ਲੱਪਰ ਲੋਕ ਗਵਾਹ ਅਮਲੇ ਕੇ, ਤੇ ਜਿਹੜੇ ਲੱਪਰ ਲੋਕ ਨੇ, ਲਾਲਚੀ ਬੰਦੇ ਐ, ਉਹ ਗਵਾਹ ਅਮਲੇ ਕੇ, ਉਹ ਕਹਿੰਦੇ ਭਾਈ ਐਵੇਂ ਮਨ ਘੜਤ ਗਵਾਹ ਬਣੇ ਹੋਏ। ਪੰਛੀ ਪਸ਼ ਹਰਿਆ ਅਗੜੂ, ਇਉਂ ਕਿ ਭਾਈ ਜਿਹੜੇ ਪੰਛੀ ਪਸ਼, ਜਿਹੜੇ ਕੋਈ ਮਹਿਕਮੇ 'ਚ ਕਰਮਚਾਰੀ ਹੈ, ਉਹ ਗਿਆਨੀ ਜੀ ਕਹਿੰਦੇ ਪੰਛੀ ਤੇ ਪਸ਼ੂਆਂ, ਹਰਿਆ ਪਸ਼ੂਆਂ ਵਰਗੇ ਹੋਏ ਪਏ। ਪੱਕੀ ਕੱਚੀ ਵਹਿ ਛਕ ਜੈ ਹੈ, ਕੋਈ ਨਹੀਂ ਦੇਖਦੇ, ਪੱਕੀ ਹੈ ਕੱਚੀ ਸਭ ਛਕ ਜਾਂਦੇ। ਖਾਕ ਕਿਸਾਨ ਫਕੈ ਝਗੜੂ, ਤੇ ਕਿਸਾਨ ਦੇ ਪੱਲੇ ਕੀ ਰਹਿੰਦਾ ਹੈ, ਝਗੜਿਆਂ ਦੀ ਸੁਆਹ, ਉਹੀ ਫਿਰ ਛਕਦਾ ਹੈ। ਖਰਚ ਮਾਮਲਾ ਦੈਨਾ ਪੜ ਹੈ, ਸਗੋਂ ਉਲਟਾ ਮਾਮਲੇ ਦਾ ਖਰਚਾ ਦੇਣਾ ਪੈਂਦਾ ਹੈ। ਬੀਜ ਰਸੂਮ ਘਰੋਂ ਖੋਵੈ, ਤੇ ਬੀਜ ਔਰ ਰਸੂਮ ਰੀਤਾਂ ਵਿਆਹ ਸ਼ਾਦੀ ਦੀਆਂ ਉਹ ਤਾਂ ਘਰ ਚੋਂ ਦੂਰ ਕਰ ਲੈਂਦੇ ਆ, ਗਵਾ ਲੈਂਦੇ। ਕਥਾ ਬਿੱਲੀਆਂ ਬੰਦਰ ਕੀ ਦਿੜ, ਕਹਿੰਦੇ ਬਿੱਲੀਆਂ ਤੇ ਬਾਂਦਰ ਦੀ ਕਥਾ ਸਮਝੋ ਇਹ ਦਿੜੇ ਚੰਗੀ ਤਰ੍ਹਾਂ। ਅਈ ਪੇਸ਼ ਫਿਰ 60 ਰੋਵੈ, ਜਦੋਂ ਇਹਨਾਂ ਦੇ ਸਾਹਮਣੇ ਆਉਂਦੀ ਹੈ ਨਾ ਫੇਰ ਇਹ ਲੋਕ ਮੂਰਖ ਰੋਂਦੇ ਐ। ਇਹ ਐਵੇਂ ਮੈਂ ਦੋਹਾਂ 'ਚ ਫਸ ਕੇ ਆਪਦਾ, ਇਹਦੇ ਵਿੱਚ ਜਿਵੇਂ ਦੋ ਜਾਣੇ ਲੜ ਪਏ ਤੇ ਬਿੱਲੀਆਂ ਲੜ ਪਈਆਂ ਰੋਟੀ ਵੰਡਣ ਪਿੱਛੇ, ਤੇ ਬਾਂਦਰ ਕਹਿੰਦਾ ਵੀ ਮੈਂ ਵੰਡ ਦਿੰਦਾ। ਉਹਨੇ 2 ਟੋਟੇ ਕਰਤੇ, ਤੇ ਇੱਕ ਕਹਿੰਦੀ ਨਾ ਮੈਂ ਤਾਂ ਨਹੀਂ ਲੈਣੀ, ਉਹਦੀ ਜ਼ਿਆਦੇ ਹੈ। ਉਹ ਕਹਿੰਦਾ ਚੱਲ ਕੋਈ ਨਹੀਂ, ਉਹ ਘੱਟ ਕਰ ਦਿੰਦਾ। ਉਹਨੇ ਉਹ ਚੋਂ ਥੋੜੀ ਤੋੜ ਕੇ ਖਾ ਲਈ। ਹੁਣ ਠੀਕ ਆ, ਉਹ ਦੂਜੀ ਨਾ ਮੇਰੇ ਵਾਲੀ ਘਟ ਗਈ, ਮੈਂ ਤਾਂ ਨਹੀਂ ਲੈਣੀ। ਉਹ ਬਾਂਦਰ ਸਾਰੀ ਖਾ ਗਿਆ। ਉਹ ਉਹਦੀ ਕਹਿੰਦਾ ਲੈ ਆਪਾਂ ਇਹਦੇ ਘਟਾ ਦਿੰਦੇ ਆ ਪੁਰਕ, ਤੇ ਇਉਂ ਘਟਾਉਂਦਾ ਇਹ ਹਾਲਾਤ ਗਿਆਨੀ ਜੀ ਕਹਿੰਦੇ ਭਾਈ 2 ਲੋਕਾਂ ਦੇ ਝਗੜਿਆਂ ਵਿੱਚ ਤੀਜਾ ਲਾਭ ਉਠਾ ਜਾਂਦਾ। ਇਹ ਭਾਵ ਦੱਸ ਰਿਹਾ ਕਥਾ ਬਿੱਲੀਆਂ ਬੰਦਰ ਕੀ ਦਿੜ, ਅਈ ਪੇਸ਼ ਫਿਰ 60 ਰੋਵੈ, ਜਦੋਂ ਸਭ ਕੁਝ ਗਵਾ ਲਿਆ ਫਿਰ ਮੂਰਖ ਰੋਂਦੇ ਹਨ। ਵੱਡ ਮੈਦਾਨ ਕਾਨੂੰਨ ਝਾਗਰੂ, ਜਿਹੜੇ ਝਾਗੜੂ ਨੇ, ਚੋਰ ਠੱਗ ਵਗੈਰਾ,
ਇਹਨਾਂ ਵਾਸਤੇ ਜਿਹੜਾ ਕਾਨੂੰਨ ਹੈ ਤਾਂ ਇੱਕ ਤਰ੍ਹਾਂ ਨਾਲ ਖੇਡ ਮੈਦਾਨ ਬਣਿਆ ਹੋਇਆ ਹੈ। ਚੋਰ ਠੱਗੈ ਮ੍ਰਿਗੈ ਹਿਤ ਹੈ, ਇਹ ਕਾਨੂੰਨ ਤਾਂ ਚੋਰਾਂ ਠੱਗਾਂ ਹਰਨਾਂ ਚੋਰ ਠੱਗ ਰੂਪੀ ਹਰਨਾਂ ਦੇ ਵਾਸਤੇ ਇੱਕ ਖੁੱਲਾ ਮੈਦਾਨ ਹੈ। ਹੇੜੀ ਹਾਕਮ ਹੱਦ ਦਫਾ, ਤੇ ਜਿਹੜੇ ਹਾਕਮ ਨੇ ਸ਼ਿਕਾਰੀ ਹੈ, ਇਹ ਹਾਕਮਾਂ ਰੂਪੀ ਸ਼ਿਕਾਰੀ ਦੀ ਜਿਹੜੀ ਦਫਾ ਹੈ ਹੱਦ। ਮੱਧ ਰੁਕਿਓ ਹਰੇ ਕੈਸੇ ਤਿਤ ਹੈ, ਇਹ ਕਹਿੰਦੇ ਇਸ ਵਿੱਚ ਰੁਕਿਆ ਉਹਨਾਂ ਨੂੰ ਕਿਸ ਤਰ੍ਹਾਂ ਮਾਰੇ। ਭਾਵ ਹਾਕਮ ਰੂਪੀ ਸ਼ਿਕਾਰੀ ਉਹ ਦਫਾ ਦੀ ਹੱਦ 'ਚ ਰੁਕਿਆ ਹੋਇਆ ਉਹਨਾਂ ਨੂੰ ਹੁਣ ਕਿਵੇਂ ਮਾਰੇ, ਇਹ ਤਾਂ ਉਹਦੇ ਹੱਥ ਹੈ ਸਾਰਾ। ਧਰਮ ਇਮਾਨ ਸਾਫ ਇਨਸਾਫ ਹੈ, ਧਰਮ ਇਮਾਨ ਸਫਾਈ ਇਨਸਾਫ ਸਚਿਆਰੀ ਇਤਫਾਕ ਹੈ ਜੀ। ਸਚਾਈ ਤੇ ਇਤਫਾਕ ਜੋ ਹੈ, ਸਤ ਸੰਤੋਖ ਮਿਲਾਪ ਮੁਹੱਬਤ, ਫਿਰ ਸਤ ਸੰਤੋਖ ਮੇਲ ਮਿਲਾਪ ਪਿਆਰ ਮੁਹੱਬਤ। ਸ਼ਰਮ ਹਿਆਉ ਸਿਦਕ ਹੈ ਜੀ, ਸ਼ਰਮ ਹਿਆ ਸਿਦਕ ਜੋ ਹੈ, ਸੁਖਦ ਸਫਲ ਬਾਰੀ ਥੀ ਇਹ ਹੈ। ਇਹ ਸਭ ਚੀਜ਼ਾਂ ਕਹਿੰਦੇ ਭਾਈ ਸੁਖਦਾਈ ਤੇ ਸਹਿਤ ਫਲ ਵਾਲੀਆਂ ਸਨ। ਕਰੀ ਕਾਨੂੰਨ ਉਜਾਰੀ ਜੇ, ਪਰ ਇਸ ਬਗੀਚੀ ਨੂੰ ਸ਼ੁਭ ਗੁਣਾਂ ਦੀ ਬਗੀਚੀ ਨੂੰ ਕਾਨੂੰਨ ਨੇ ਉਜਾੜ ਕੇ ਰੱਖ ਦਿੱਤਾ ਹੈ। ਤਪਸ਼ ਜਮਾਨੇ ਜੇਠ ਮਾਸ ਨੇ, ਜਮਾਨਾ ਰੂਪੀ ਜੇਠ ਮਹੀਨੇ ਦੀ ਤਪਸ਼ ਹੈ। ਧੂੜ ਉਡਾਈ ਭਾਰੀ ਜੇ, ਇਹਨੇ ਇਸ ਤਰ੍ਹਾਂ ਦੀ ਭਾਈ ਭਾਰੀ ਧੂੜ ਉਡਾਈ ਹੋਈ ਹੈ। ਲੂਹੇ ਲੋਏ ਲਗਨ ਨੇ ਲੱਗ ਕੇ, ਤੇ ਇੱਧਰ ਨੂੰ ਲਗਨ ਹੈ ਲੋਕਾਂ ਦੀ, ਇਸ ਕਰਕੇ ਲਗਨ ਰੂਪੀ ਲੋ ਨੇ ਲੱਗ ਕਰਕੇ। ਲੋਗਨ ਲੁਕਾ ਲੁਗਾਈ ਲੱਖੈ ਲੋ, ਲੋਗਨ ਲੁਕਾ ਲੁਗਾਈ, ਲੁਗਾਈ ਕਹਿੰਦੇ ਇਸਤਰੀ, ਲੱਖਾਂ ਇਸਤਰੀਆਂ ਤੇ ਪੁਰਸ਼ਾਂ ਨੂੰ ਭਾਈ ਇਹਨਾਂ ਗੱਲਾਂ ਨੇ ਸਾੜ ਦਿੱਤਾ ਹੈ। ਰਹੀ ਨ ਪ੍ਰੀਤ ਪ੍ਰਤੀਤ ਸ਼ਾਂਤ ਕਿਤ, ਕਿਤੇ ਵੀ ਕੋਈ ਪ੍ਰੀਤ ਪ੍ਰਤੀਤੀ ਸ਼ਾਂਤੀ ਐਸੀ ਕਹਿੰਦੇ ਭਾਈ ਖੇਤੀ ਰਹੀ ਨਹੀਂ ਹੈ। ਸਬਜ਼ੀ ਸੱਚੀ ਸਾਖੈ ਲੋ, ਇਹੋ ਜੀ ਹਰੀ ਖੇਤੀ ਕਿਤੇ ਸਾਬਤ ਨਹੀਂ ਬਚੀ। ਭਲੇ ਬੁਰੇ ਕਾ ਗਇਓ ਭਰੋਸਾ, ਭਲਿਆਂ ਦਾ ਬੁਰਿਆਂ ਦਾ ਭਰੋਸਾ ਹੀ ਖਤਮ ਹੋ ਗਿਆ। ਅਦ ਕੈ ਇੱਕ ਸਮ ਹੋਏ ਜੇ, ਸਗੋਂ ਬਹੁਤੇ ਤਾਂ ਹੁਣ ਦੁਨੀਆ ਇੱਕੋ ਜਿਹੀ ਹੀ ਹੋ ਗਈ। ਕਿਹਨੂੰ ਕਹੀਏ ਆ ਭਲਾ ਹੈ ਤੇ ਕਿਹਨੂੰ ਕਹੀਏ ਬੁਰਾ, ਬਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ। ਫਿਰ ਗਈ ਹਵਾ ਬਵਾ ਹੈ ਜੇ ਸਮ, ਕਹਿੰਦੇ ਤਾਂ ਭਾਈ ਹੈਜੇ ਦੀ ਬਿਮਾਰੀ ਵਾਂਗੂ ਹਵਾ ਹੀ ਫਿਰ ਗਈ ਹੈ। ਪੜੀ ਭੰਗ ਬਹੁ ਕੂਏ ਜੇ, ਇਹ ਤਾਂ ਮਾਨੋ ਜਿਵੇਂ ਖੂਹ 'ਚ ਹੀ ਭੰਗ ਪੈ ਗਈ, ਤੇ ਉਹ ਹੁਣ ਜਿਹੜਾ ਵੀ ਪਾਣੀ ਪੀਂਦਾ ਸਾਰੇ ਇੱਕੋ ਜਿਹੇ ਹੋ ਜਾਂਦੇ। ਕੋਈ ਕਹਾਣੀ ਆਉਂਦੀ ਹੈ ਕਿ ਇੱਕ ਰਾਜਾ ਸੀ, ਰਾਜ ਕਰਦਾ, ਰਾਜੇ ਆਪਦਾ ਖੂਹ ਅੱਡ ਲਵਾ ਲੈਂਦੇ ਸੀ। ਇੱਕ ਆਮ ਸ਼ਹਿਰ ਵਾਸੀਆਂ ਦਾ, ਸ਼ਹਿਰ ਤੇ ਰਾਜ ਕਰਦਾ, ਉਹਨਾਂ ਦਾ ਖੂਹ ਅਲੱਗ ਸੀ ਨਗਰ ਦਾ। ਤੇ ਕੁਦਰਤੀ ਕਿਸੇ ਨੇ ਉਹ ਖੂਹ ਵਿੱਚ ਐਸੀ ਕੋਈ ਬੂਟੀ ਪਾਤੀ, ਸ਼ਹਿਰ ਵਾਸੀਆਂ ਦੇ ਜਿਹੜਾ ਵੀ ਪਾਣੀ ਪੀਵੇ ਉਹ ਪਾਗਲ ਹੋ ਜਾਣ। ਪਾਣੀ ਤਾਂ ਇੱਕ ਖੂਹ ਤੋਂ ਹੀ ਪੀਣਾ ਸੀ, ਤੇ ਉਹ ਪਾਣੀ ਪੀ ਕੇ ਸਾਰੇ ਹੀ ਸ਼ਹਿਰ ਦੇ ਲੋਕ ਪਾਗਲ ਹੋ ਗਏ। ਹੁਣ 100 ਪਾਗਲਾਂ ਦੇ ਵਿੱਚ ਅਗਰ ਇੱਕ ਸਿਆਣਾ ਹੈ ਤਾਂ ਉਹ ਫਿਰ ਅਸਲ ਵਿੱਚ ਉਹ ਪਾਗਲ ਹੈ। ਸਿਆਣੇ ਪਾਗਲਾਂ 'ਚ ਇੱਕ ਸਿਆਣਾ, ਕਿਉਂਕਿ ਉਹ 100 ਦੀ ਅੱਡ ਮੱਤ। ਤੇ ਲੋਕਾਂ ਨੇ ਦੇਖਿਆ ਜਦੋਂ ਸਾਰਿਆਂ ਦੀਆਂ ਰੀਤਾਂ ਹੀ ਬਦਲ ਗਈਆਂ, ਲੋਕ ਇਉਂ ਕਹਿਣ ਵੀ ਆਪਣਾ ਰਾਜਾ ਹੋਰ ਤਰ੍ਹਾਂ ਚੱਲਦਾ, ਬਾਕੀ ਸਾਰੇ ਹੋਰ ਕਰਦੇ ਆ, ਇਹਦਾ ਮਤਲਬ ਰਾਜੇ ਦੇ ਦਿਮਾਗ 'ਚ ਕੋਈ ਫਰਕ ਪੈ ਗਿਆ। ਹੋਏ ਸਾਰੇ ਹੀ ਬਿਮਾਰ, ਤੇ ਇਕੱਠ ਹੋਣਾ ਸ਼ੁਰੂ ਹੋ ਗਿਆ ਵੀ ਇਹ ਰਾਜਾ ਬਦਲੋ, ਇਹ ਤਾਂ ਆਪਣੇ ਵਰਗਾ ਨਹੀਂ, ਆਪਣੇ ਵਰਗੀ ਹਰਕਤ ਨਹੀਂ ਕਰਦਾ, ਆਪਣੇ ਵਾਂਗੂ ਤੁਰਦਾ ਫਿਰਦਾ ਨਹੀਂ ਹੈ, ਰਹਿਣੀ ਸਹਿਣੀ ਇਹਦੀ ਆਪਣੇ ਵਰਗੀ ਨਹੀਂ, ਇਹ ਤਾਂ ਨਹੀਂ ਆਪਣੇ ਵਾਸਤੇ ਠੀਕ ਆ, ਪ੍ਰਧਾਵ ਦੇ ਵਰਗਾ ਰਾਜਾ ਚੁਣੋ। ਇਹ ਤਾਂ ਲੱਗਦਾ ਹੈ ਕੋਈ ਇਹਨੂੰ ਨੁਕਸ ਪੈ ਗਿਆ, ਬਿਮਾਰ ਬਮੂਰ ਹੈ ਇਹ। ਰਾਜੇ ਨੂੰ ਫਿਕਰ ਪੈ ਗਿਆ, ਵਜ਼ੀਰ ਸੱਦੇ
ਜਿਹੜੇ ਕੁਛ ਨੇੜੇ ਦੇ ਸਨ ਪਾਣੀ ਪੀਣ ਵਾਲੇ ਉਹਦੇ ਖੂਹ ਤੋਂ ਹੀ। ਉਹ ਸਿਆਣੇ 2-4 ਵਜ਼ੀਰ ਜਿਹੜੇ ਰਾਜ ਮਹਿਲ ਵਿੱਚ ਰਹਿੰਦੇ, ਉਹ ਕਹਿੰਦੇ ਰਾਜਾ ਵੀ ਜੇ ਤਾਂ ਕਰਨਾ ਰਾਜ ਫਿਰ ਤਾਂ ਉਹਨਾਂ ਦੇ ਖੂਹ ਦਾ ਪਾਣੀ ਪੀ ਲਾ, ਤੂੰ ਵੀ ਉਹੋ ਜਿਹਾ ਬਣ ਜਾ। ਜੇ ਤੂੰ ਸਹੀ ਸਲਾਮਤ ਰਹਿਣਾ ਫਿਰ ਰਾਜ ਛੱਡ ਦੇ ਤੇ ਇਹਨਾਂ ਨੂੰ ਕਰਨ। ਇਹ ਹਾਲਾਤ ਨੇ। ਗਿਆਨੀ ਜੀ ਨੇ ਉਸ ਭਾਵ ਵੀ ਪੜੀ ਭੰਗ ਬਹੁ ਕੂਏ ਜੇ, ਖੂਹ 'ਚ ਹੀ ਬਹੁਤ ਭੰਗ ਪੈ ਗਈ ਤੇ ਸਾਰੇ ਇੱਕੋ ਜਿਹੇ ਹੋ ਗਏ। ਸਸੁਰੇ ਨੁਖਾ ਭੈਣ ਭਾਈ, ਸਹੁਰਾ ਨੂੰ ਭੈਣ ਭਰਾ, ਗੁਰ ਚੇਲੀ ਸਾਸ ਜਵਾਈ ਲਾ। ਗੁਰੂ ਚੇਲਾ ਸੱਸ ਜਵਾਈ ਕੋਈ ਕਹਿੰਦੇ ਭਾਈ ਸ਼ਰਮ ਨਹੀਂ ਰਹੀ ਹੈ। ਰਮੈ ਪਰੋਹਤ ਜਜਮਾਨੋ ਕੀ, ਜਿਹੜੇ ਪ੍ਰੋਹਤ ਨੇ ਉਹ ਜਜਮਾਨਾਂ ਦੇ ਬੱਚੇ ਬੱਚੀਆਂ ਵਿਸ਼ੇ ਭੋਗਦੇ ਐ। ਬੇਟੀ ਬਧੂ ਸੰਗਾਈ ਲਾ, ਬੇਟੀਆਂ ਬਧੂ ਬਹੂਆਂ ਸੰਗਾਈ ਸੰਗ ਉਹਨਾਂ ਦੇ ਨਾਲ ਇਤਿਆਦਿਕ। ਪੰਡਤ ਆਚਾਰੀ ਬੇਸ਼ਾ ਕੇ, ਤੇ ਜਿਹੜੇ ਪੰਡਤਾਂ ਨੇ ਲੋਕਾਂ ਨੂੰ ਧਰਮ ਉਪਦੇਸ਼ ਦੇਣਾ ਸੀ, ਗਿਆਨੀ ਜੀ ਕਹਿੰਦੇ ਉਹ ਕਰਮਕਾਂਡੀ ਜਿਹੜੇ ਆਚਾਰੀ ਪੰਡਤ ਸਨ ਉਹ ਬੇਸ਼ਵਾਵਾਂ ਦੇ। ਬਸੈ ਨਿਸਾ ਘਰ ਮਾਹੀ ਜੀ, ਇਹੋ ਜਿਹਾ ਸਮਾਂ ਵੀ ਉਦੋਂ ਤੇ ਆਉਣਾ। ਗਿਆਨੀ ਜੀ ਕਹਿੰਦੇ ਉਹਨਾਂ ਦੇ ਘਰਾਂ ਵਿੱਚ ਵੇਸ਼ਿਆਂ ਦੇ ਘਰਾਂ 'ਚ ਜਾ ਕੇ ਬਸਣਗੇ। ਕਰੈ ਕੁਕਰਮ ਆਪ ਵਹਿ ਸਾਰੇ, ਤੇ ਆਪ ਉਹ ਸਾਰੇ ਤਰ੍ਹਾਂ ਦੇ ਕੁਕਰਮ ਕਰਨਗੇ। ਲੋਗਨ ਕੋ ਬਰ ਜਾਹੀ ਜੀ, ਪਰ ਲੋਕਾਂ ਨੂੰ ਉਪਦੇਸ਼ ਦੇਣਗੇ, ਵਰਜਣਗੇ ਬੁਰੇ ਕੰਮ ਨਾ ਕਰਿਆ ਕਰੋ। ਬਰਸ ਦੁਆਦਸ ਕੀ ਲੜਕੀ, 12 ਸਾਲ ਦੁਆਦਸ 2 ਤੇ 10 ਸਾਲ ਦੀ ਲੜਕੀ। ਸੁਤ ਜਨਨ ਪਤੀ ਮਨ ਭਾਏ ਲੈ, ਪੁੱਤਰ ਜੰਮੇਗੀ ਤੇ ਪਤੀ ਮਨ ਭਾਉਂਦਾ ਲਏਗੀ। ਬੇਟੀ ਬਹਿਨ ਤਈ ਬਹੁ ਵੇਚਤ, ਦੁਨੀਆ ਬੇਟੀਆਂ ਭੈਣਾਂ ਤਾਈਂ ਵੇਚਣ ਲੱਗ ਜਾਣ। ਘੋੜੀ ਜਿਉਂ ਮੁੱਲ ਪਾਏ ਲੈ, ਜਿਵੇਂ ਘੋੜੀ ਦਾ ਮੁੱਲ ਪਾਉਂਦੇ ਹਨ। ਅੜੀ ਮਾਰ ਠੱਗ ਲੰਡੇ ਲੁੱਚੇ, ਅੜੀ ਮਾਰ ਜਿੱਦੀ ਲੋਕ, ਠੱਗ ਲੰਡੇ ਬੇਹਿਆ ਬਦਮਾਸ਼, ਲੋਲਪ ਲੋਭੀ ਲੋਗ ਬੜੇ, ਕਾਮੀ ਲੋਭੀ, ਇਹੋ ਜਿਹੇ ਲੋਕ ਗਿਆਨੀ ਜੀ ਕਹਿੰਦੇ ਭਾਈ ਵੱਧ ਗਏ। ਭਲੇ ਮਾਨਸਿਓ ਕੇ ਕੰਧਿਓਂ ਪਰ, ਤੇ ਸਗੋਂ ਇਹ ਲੋਕ ਹੁਣ ਭਲੇ ਮਾਨਸ ਬੰਦਿਆਂ ਦੇ ਘਨੇੜਿਆਂ ਤੇ ਚੜ ਕੇ ਉੱਚੇ ਲੁੱਚੇ ਰਹਿਤ ਚੜ੍ਹੇ। ਇਹ ਵੱਡੇ ਜਿਹੜੇ ਸੀ ਬੇਹਿਆ ਲੋਕ ਹੁਣ ਭਲੇ ਮਾਨਸਾਂ ਦੇ ਘਨੇੜਿਆਂ ਤੇ ਚੜੇ ਹੋਏ ਆ। ਵਰਣ ਆਸ਼ਰਮ ਕੇ ਧਰਮ ਇਸ਼ਟ ਨਿਜ, ਜਿਹੜਾ ਵਰਣ ਆਸ਼ਰਮ ਦਾ ਧਰਮ ਆਪਣਾ ਇਸ਼ਟ ਹੈ ਨਿਜ ਦਾ। ਸ਼ਰਧਾ ਭਗਤੀ ਦਾਨ ਤਜੇ, ਔਰ ਸ਼ਰਧਾ ਭਗਤੀ ਦਾਨ ਪੁੰਨ ਇਹ ਦੁਨੀਆ ਛੱਡ ਦਿੱਤੇ। ਬਿਨ ਵਿਵੇਕ ਮਤ ਚੱਲੇ ਅਨੇਕ, ਬਿਨਾ ਹੀ ਗਿਆਨ ਤੋਂ ਅਨੇਕਾਂ ਹੀ ਆਪੋ ਆਪਣੇ ਮਤ ਚਲਾ ਲਏ। ਛਨੇਕ ਏਕ ਨਹਿ ਈਸ ਭਜੇ, ਕਹਿੰਦੇ ਇੱਕ ਛਿਨ ਵੀ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਈਸ਼ਵਰ ਨੂੰ ਤਾਂ ਯਾਦ ਹੀ ਨਹੀਂ ਕਰਦੇ। ਬਾਦ ਵਿਵਾਦ ਜਲਪ ਬਾ ਤਿੰਡੇ, ਹੁਣ ਕੀ ਹੋ ਗਿਆ ਬਾਦ ਵਿਵਾਦ, ਜਿਵੇਂ ਖੰਡਨ ਮੰਡਨ ਬਹਿਸ ਮੁਸਾਬ ਮੁਵਾਸਾ ਕਰਨਾ ਚਰਚਾ ਪ੍ਰਸ਼ਨ ਉੱਤਰ ਇਹ ਚੱਲ ਪਿਆ। ਫਿਰ ਜਲਪ ਵਿਵਾਦ ਚੱਲ ਪਿਆ, ਆਪਣੇ ਮਤ ਦੀ ਪੁਸ਼ਟੀ ਵਾਸਤੇ ਦੂਜੇ ਦੀ ਗੱਲ ਨੂੰ ਦਲੀਲ ਨੂੰ ਰੱਦ ਕਰਨਾ। ਬਤਿੰਡਾ ਕਹਿੰਦੇ ਦੂਜੇ ਦਾ ਪੱਖ ਡੇਗਣ ਵਾਸਤੇ ਕੋਈ ਛਲ ਕਪਟੀ ਰਖਾ ਹੱਠ ਚਰਚਾ ਕਰਨੀ, ਇਹ ਚੱਲ ਪਿਆ। ਚਰਚਾ ਚਵੈ ਚਲਾਕੀ ਸੈ, ਹੁਣ ਤਾਂ ਕਹਿੰਦੇ ਇਹੋ ਜਿਹੀਆਂ ਚਲਾਕੀਆਂ ਨਾਲ ਚਰਚਾ ਕਰਦੇ ਆ। ਕਰਤ ਸਮਾਜ ਦਰਾਜ ਲਾਜ ਬਿਨ, ਲੋਕਾਂ ਦਾ ਬਹੁਤਾ ਇਕੱਠ ਕਰਦੇ ਨੇ ਬਿਨਾਂ ਕਰਤ ਸਮਾਜ ਦਰਾਜ, ਬਿਨਾਂ ਕਿਸੇ ਸ਼ਰਮ ਤੋਂ। ਉਪਦੇਸ਼ਤ ਨਾਜ਼ਾਕੀ ਸੈ, ਤੇ ਫੁੱਟ ਪਾਉਣ ਵਾਲੇ ਢੰਗ ਨਾਲ ਉਪਦੇਸ਼ ਕਰਦੇ ਆ ਵੀ ਦੁਨੀਆ ਦੇ ਵਿੱਚ ਕਿਵੇਂ ਦੁਨੀਆ ਵੰਡੀ ਜਾਵੇ, ਜਾਤਾਂ ਮਜ਼ਹਬਾਂ ਧਰਮਾਂ ਤੇ ਇਹੋ ਜਿਹੀਆਂ ਗੱਲਾਂ।
ਦੋਸਤ ਦਮੜੀ ਚਮੜੀ ਕੇ ਦਿੜ। ਜਿਹੜੇ ਮਿੱਤਰ ਨੇ ਉਹ ਵੀ ਹੁਣ ਕਹਿੰਦੇ ਦਮੜੀ ਤੇ ਚਮੜੀ ਦੇ ਹੀ ਮਿੱਤਰ ਹੋ ਗਏ। ਸਾਧ ਪੁਜਾਰੀ ਜਿਦ ਦਿਜ ਥੀਏ। ਜਿਹੜੇ ਸਾਧ ਪੁਜਾਰੀ ਤੇ ਬ੍ਰਾਹਮਣ ਨੇ ਉਹ ਵੀ ਉਹਨਾਂ ਨੂੰ ਵੀ ਚਮੜੀ ਦਮੜੀ ਦਾ ਹੀ ਲਾਭ ਲਾਲਚ ਪੈ ਗਿਆ। ਦੰਡ ਪਖੰਡ ਬਨਾਵਟ ਵਿਵਿਧਾ। ਅਨੇਕਾਂ ਤਰ੍ਹਾਂ ਦੇ ਕਹਿੰਦੇ ਭਾਈ ਪਖੰਡ ਬਣਾਵਟਾਂ ਬਣਾਉਂਦੇ ਐ। ਦਿਖਰਾਵਤ ਪੂਜਾ ਲੀਏ। ਤੇ ਪਖੰਡ ਦਿਖਾ ਦਿਖਾ ਕੇ ਲੋਕਾਂ ਤੋਂ ਪੂਜਾ ਲੈਂਦੇ ਐ। ਸਿਰ ਮੂੰਹ ਮੁੰਡਤ ਪੰਡਤ ਹੋਏ। ਗੁਰਮੁਖੋ ਪੁਰਾਤਨ ਸਮਿਆਂ ਵਿੱਚ ਪੰਡਤ ਬ੍ਰਾਹਮਣ ਸਿਰ ਨਹੀਂ ਮੂੰਹ ਨਹੀਂ ਸੀ ਮਨਾਉਂਦੇ ਹੁੰਦੇ। ਪੁਰਾਣੇ ਰਿਸ਼ੀ ਮੁਨੀ ਤੁਸੀਂ ਵੇਖ ਲਓ ਕੇਸਾਧਾਰੀ ਗਿਆਨੀ ਜੀ ਕਹਿੰਦੇ ਹੁਣ ਸਿਰ ਮੂੰਹ ਮੁੰਨ ਕੇ ਪੰਡਤ ਬਣ ਗਿਆ। ਪਖੰਡ ਪੁਜਾਵਨ ਹੇਤ ਕਰੈ। ਤੇ ਆਪਣੀ ਪੂਜਾ ਕਰਾਉਣ ਵਾਸਤੇ ਪਖੰਡ ਕਰਦਾ ਉਹ ਗੁਰਮੁਖੋ, ਚਾਹੇ ਕਿਸੇ ਵੀ ਧਰਮ, ਚਾਹੇ ਇਕੱਲਾ ਕੋਈ ਮੰਦਰ ਦੇ ਪੁਜਾਰੀ ਦੀ ਗੱਲ ਨਹੀਂ ਹੈ। ਗੁਰੂ ਘਰ ਦੇ ਵਿੱਚ ਵੀ ਚਾਹੇ ਕੋਈ ਪਖੰਡ ਰਚ ਕੇ ਆਪਦੀ ਪੂਜਾ ਚ ਨੂੰ ਲੱਗਿਆ ਉਹਨੂੰ ਵੀ ਇਹੀ ਗੱਲ। ਨਿਜ ਖਿਆਤੀ ਦੌਲਤ ਹਿਤ ਬਾਤ। ਤੇ ਆਪਣੀ ਮਸ਼ਹੂਰੀ ਦੇ ਵਾਸਤੇ ਧਨ ਦੇ ਵਾਸਤੇ ਇਹੋ ਜੀਆਂ ਗੱਲਾਂ। ਰਚਾਤ ਜਾਤ ਬਹੁ ਭਾਂਤ ਵਰੈ। ਇਹਨੇ ਕਈ ਤਰ੍ਹਾਂ ਦੀਆਂ ਫਿਰ ਚੰਗੀਆਂ ਗੱਲਾਂ ਬਣਾ ਲੈਂਦੇ ਐਵੇਂ ਆਪਦੀ ਮਸ਼ਹੂਰੀ ਕਰਾਉਣ ਵਾਸਤੇ। ਤੇ ਉੱਥੇ ਜਿਵੇਂ ਹੁਣ ਕਈ ਵਾਰ ਹੁੰਦਾ ਉਹ ਕਥਾ ਸੁਣਾਉਣ ਲੱਗ ਗਏ ਕਿ ਕੋਈ ਸੀ ਪ੍ਰਚਾਰ। ਮੈਂ ਫਿਰ ਅਮਰੀਕਾ ਚਲਿਆ ਗਿਆ। ਉੱਥੇ ਫਿਰ ਆਏ ਪ੍ਰੇਮੀ ਮਿਲੇ, ਇੰਨਾ ਉੱਥੇ ਆਏ ਹੋਇਆ, ਉਹ ਫਲਾਣਾ ਮੈਨੂੰ ਮਿਲਿਆ। ਅੱਧਾ ਘੰਟਾ ਇਸ ਕੰਮ ਤੇ ਹੀ ਲਾਤਾ ਵੀ ਦੱਸ ਗੁਰੂ ਗ੍ਰੰਥ ਸਾਹਿਬ ਦਾ ਕੋਈ ਉਪਦੇਸ਼ ਸੁਣਾ, ਕੋਈ ਇਤਿਹਾਸ ਦੀ ਗੱਲ। ਇਤਿਹਾਸ ਕੀ ਸੁਣਾਉਣ ਲੱਗ ਗਿਆ, ਆਪਦੀਆਂ ਕਹਾਣੀਆਂ। ਫਿਰ ਮੈਂ ਉੱਥੇ ਗਿਆ, ਫਲਾਣੇ ਦੇਸ਼ 'ਚ ਗਿਆ, ਉੱਥੇ ਮੈਨੂੰ ਐਂ ਮਿਲਿਆ, ਸਾਡੇ ਕੋਲੇ ਫਲਾਣਾ ਪ੍ਰਾਣੀ ਆ ਗਿਆ, ਉਹਨੂੰ ਆਏ ਰੋਗ ਸੀ, ਫਿਰ ਉਹ ਆਏ ਕੀਤਾ ਅਸੀਂ। ਤੇ ਦੁਨੀਆ ਆਏ ਸਮਝ ਕੇ ਵੀ ਬੜਾ ਕਰਾਮਾਤੀ ਹੈ। ਇਹ ਜਿਹੀਆਂ ਗੱਲਾਂ ਸੁਣ ਕੇ ਸਿਰ ਮਾਰ ਕੇ ਦੁਨੀਆ ਤੁਰ ਜਾਂਦੀ ਹੈ। ਇਹ ਜਿਹੜੀਆਂ ਹੈਗੀਆਂ ਮਹਿੰਗੀਆਂ ਗੱਲਾਂ, ਉਹ ਗੱਲ ਹੁਣ ਦੇਖੋ ਵੀ ਨਿਜ ਖਿਆਤੀ ਦੌਲਤ ਹਿਤ ਬਾਤ। ਰਚਾਤ ਜਾਤ ਬਹੁ ਭਾਂਤ ਵਰੈ। ਆਪਣੀ ਮਸ਼ਹੂਰੀ ਵਾਸਤੇ ਬੜੇ ਤਰ੍ਹਾਂ ਦੀਆਂ ਚੰਗੀਆਂ ਚੰਗੀਆਂ ਗੱਲਾਂ ਬਣਾਉਂਦੇ ਜੀ। ਬਸਨ ਕਖਾਏ ਸਜਾਏ ਗੋਦੜੀ। ਭਗਵਾਂ ਬਸਤਰ ਪਾ ਲੈਂਦੇ ਆ, ਗੋਦੜੀ ਪਾ ਲੈਂਦੇ। ਖਾਕ ਰਮਾਏ ਵਿਰਕਤ ਬਹਿ। ਕੋਈ ਸੁਆਹ ਮਲ ਕੇ ਬਰਕਤ ਹੋ ਕੇ ਬੈਠਾ। ਦਿਲ ਤੈ ਜ਼ਰ ਜ਼ਮੀਨ ਨਿਜ ਸੇਵਕ। ਪਰ ਅੰਦਰੋਂ ਧਨ ਜ਼ਮੀਨ ਤੇ ਆਪਣੇ ਸੇਵਕ ਕਿਵੇਂ ਵਧਾਉਣੇ। ਚੇਲੇ ਮਾਨ ਦਿੜਾਨ ਚਹੈ। ਤੇ ਚੇਲੇ ਕਿਵੇਂ ਪੱਕੇ ਕਰਨੇ ਆ, ਮਨ ਵਿੱਚ ਇਹੀ ਚਾਹੁੰਦੇ ਆ। ਰਾਗ ਦ્વੈਸ਼ ਰਸ ਵਿਸ਼ੇ ਭੋਗ। ਇਹ ਈਰਖਾ ਦ્વੈਸ਼ ਵਿਸ਼ੇ ਰਸ ਦਾ ਭੋਗ। ਇਮ ਕਰੈ ਲੋਗ ਜਿਮ ਨਾਹਿ ਲਖੈ। ਇਸ ਤਰੀਕੇ ਨਾਲ ਕਰਦੇ ਆ ਕਿ ਦੁਨੀਆ ਜਾਣ ਨਾ ਸਕੇ। ਦੁਨੀਆ ਨੂੰ ਉੱਤੋਂ ਦਿਖਾਉਣਾ ਹੈ, ਹੋਰ ਤੇ ਕਰਨਾ ਕੁਝ ਹੋ। ਜਪ ਤਪ ਜੋਗ ਤਜੇ ਅਜਮਤ ਦਾ। ਜਿਹੜਾ ਜਪ ਤਪ ਸੀ, ਜੋਗ ਪਰਮੇਸ਼ਰ ਨਾਲ ਜੁੜਨਾ ਜਪ ਤਪ ਕਰਕੇ ਤਾਂ ਛੱਡ ਦਿੱਤਾ। ਕਰਾਮਾਤ ਦੇਣ ਵਾਲਾ ਸੀ। ਵਿਦਿਆ ਰਸ ਵੇਦਾਂਤ ਚਖੈ। ਤੇ ਵਿਦਾਂਤ ਵਿਦਿਆ ਦਾ ਰਸ ਚਖਦੇ ਆ, ਭਾਵ ਫੋਕਾ ਗਿਆਨ ਘੋਟਦੇ। ਥਏ ਸੰਤ ਅਬ ਐਸ ਅਨੰਤ ਹੈ। ਕਹਿੰਦੇ ਜਿਹੜੇ ਹੁਣ ਸੰਤ ਨੇ ਉਹ ਤਾਂ ਭਾਈ ਇਸ ਤਰ੍ਹਾਂ ਦੇ ਹੋ ਗਏ ਬਹੁਤੇ। ਪਹਿਲੇ ਔਰ ਐ ਤੌਰ ਹੁਤੇ। ਪਰ ਜਿਹੜੇ ਪਹਿਲਾਂ ਸੀ ਨਾ ਉਹ ਗਿਆਨੀ ਜੀ ਕਹਿੰਦੇ ਹੋਰ ਤਰ੍ਹਾਂ ਦੇ ਹੁੰਦੇ ਸੀ। ਕਰਤੇ ਜਪ ਤਪ ਯੋਗ ਸਾਧਨਾ। ਪਹਿਲਾਂ ਵਾਲੇ ਜਪ ਤਪ ਕਰਦੇ ਹੁੰਦੇ ਸੀ, ਯੋਗ ਸਾਧਨਾ ਕਰਦੇ। ਭਗਤੀ ਭਜਨ ਵਿਰਾਗ ਜੁਤੇ। ਵਿਰਾਗ ਸਹਿਤ ਭਗਤੀ ਪਰਮੇਸ਼ਰ ਦਾ ਭਜਨ ਕਰਦੇ ਸੀ। ਅਜਮਤ ਤੇਜ ਪ੍ਰਤਾਪ ਬਢਤ ਨਿਤਿਨ। ਇਉਂ ਉਹਨਾਂ ਦੇ ਕਰਾਮਾਤ ਤੇ ਤੇਜ ਪ੍ਰਤਾਪ ਵੱਧਦਾ। ਹੋਤੇ ਸੁਖਨ ਸਹੀ ਪੂਰੇ। ਐਸੇ ਕਹਿੰਦੇ ਉਹਨਾਂ ਸਾਧੂਆਂ ਦੇ ਬਚਨ ਵੀ ਪੂਰੇ ਹੋ ਜਾਂਦੇ ਸੀ। ਜਬ ਤੇ ਰਾਜ ਅੰਗਰੇਜ਼ੀ ਥੀਓ। ਪਰ ਜਦੋਂ ਤੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ,
ਸੰਤ ਰਹੇ ਨਹਿ ਬਹਿ ਰੂਰੇ। ਉਹਨਾਂ ਪੁਰਾਣੇ ਸੰਤਾਂ ਵਰਗੇ ਕਹਿੰਦੇ ਹੁਣ ਭਾਈ ਗਿਆਨੀ ਜੀ ਕਹਿੰਦੇ ਸੋਹਣੇ ਸੁੰਦਰ ਸੰਤ ਨਹੀਂ ਰਹੇ। ਇਸ ਦੇਸ਼ ਮੈਂ ਭਾਗ ਜੈਸ ਥੇ। ਹੁਣ ਇਸ ਦੇਸ਼ ਦੇ ਵਿੱਚ ਫਿਰ ਜਾਨਵਰਾਂ ਦੀ ਗੱਲ ਕਰਦੇ ਵੀ ਜਿਹੋ ਜਿਹੇ ਸ਼ੇਰ ਸਨ, ਘਨੇ ਲੋਕ ਪਿਖਤੇ ਨਿਤ ਹੀ, ਬਹੁਤ ਫਿਰਦੇ ਲੋਕ ਵੇਖਦੇ ਸਨ। ਪੂਰਨ ਸੰਤ ਭਾਗ ਵਹਿ ਅਬ ਸਭ। ਇਹ ਹੁਣ ਪੂਰਨ ਸੰਤ ਵੀ ਤੇ ਹੋਰ ਸ਼ੇਰ ਇਤਿਆਦਿਕ ਸਾਰੇ। ਤਸੇ ਪਹਾੜਨ ਮੈਂ ਕਿਤ ਹੀ। ਉਹ ਤਾਂ ਇਉਂ ਲੱਗਦਾ ਜਿਵੇਂ ਕਿਸੇ ਪਹਾੜਾਂ 'ਚ ਹੀ ਜਾ ਬੜੇ ਹਨ। ਅਬ ਤੋ ਬਾਨੇ ਬਬਿੱਧ ਬਨੈ ਕੈ। ਹੁਣ ਤਾਂ ਗਿਆਨੀ ਜੀ ਕਹਿੰਦੇ ਸੰਤਾਂ ਦੇ ਬਾਣੇ ਹੀ ਹੋਰ ਤਰ੍ਹਾਂ ਦੇ ਤਰ੍ਹਾਂ ਦੇ ਬਣਾ ਕੇ ਬਨ ਬਨ ਬੈਠਣ ਜੋਗ ਰਹੇ। ਹੁਣ ਤਾਂ ਐਵੇਂ ਕਹਿੰਦੇ ਬਣ ਠਣ ਕੇ ਬੈਠਣ ਜੋਗੇ ਹੀ ਰਹਿ ਗਏ। ਸੋ ਜਸ ਪ੍ਰਤਾਪ ਕਰਾਮਾਤ ਕਰਨੀ। ਸ੍ਰੇਸ਼ਟ ਜਸ ਪ੍ਰਤਾਪ ਕਰਾਮਾਤ ਜੀਵਨ ਦੀ ਕਰਨੀ। ਜਪ ਤਪ ਤ੍ਰਿਸ਼ਨਾ ਨਦੀ ਗਹੇ। ਤੇ ਜਪ ਤਪ ਇਹ ਤਾਂ ਹੁਣ ਤ੍ਰਿਸ਼ਨਾ ਦੀ ਨਦੀ ਨੇ ਰੋੜ ਲਏ ਹਨ। ਤੈਸੇ ਹੀ ਦਿਜ ਨਿਜ ਧਰਮ ਹੈ ਤਜ। ਇਸੇ ਤਰ੍ਹਾਂ ਦੇ ਕਹਿੰਦੇ ਬ੍ਰਾਹਮਣ ਨੇ ਆਪਣਾ ਧਰਮ ਛੱਡ ਕੇ ਅਤ ਅਪ ਕਰਮ ਮੈਂ ਮਾਹੇ ਬਹੇ। ਬਹੁਤੇ ਇਹ ਵੀ ਹੁਣ ਮਾੜੇ ਕਰਮਾਂ 'ਚ ਹੀ ਰੁੜ ਗਏ। ਪਹਿਲੇ ਜਪੀ ਤਪੀ ਸੰਤੋਖੀ। ਪਹਿਲੇ ਬ੍ਰਾਹਮਣ ਜਿਹੜੇ ਸਾਨੂੰ ਜਪੀ ਤਪੀ ਸੰਤੋਖੀ ਹੁੰਦੇ ਸੀ। ਤਿਆਗੀ ਅਤ ਵਿਦਵਾਨ ਰਹੇ। ਤਿਆਗੀ ਹੁੰਦੇ ਤੇ ਬਹੁਤ ਵਿਦਵਾਨ ਹੁੰਦੇ ਸੀ। ਅਬ ਸਭ ਨਿਜ ਧਰਮੋਂ ਤੇ ਉਲਟੇ। ਹੁਣ ਤਾਂ ਇਹਨਾਂ ਨੇ ਸਾਰੇ ਹੀ ਆਪਣੇ ਧਰਮਾਂ ਤੋਂ ਉਲਟ ਕਰਮ ਸ਼ੂਦਰੋਂ ਕੇਰ ਕਰੈ। ਇਹ ਤਾਂ ਆਪ ਕਹਿੰਦੇ ਸ਼ੂਦਰਾਂ ਵਾਂਗੂ ਕੰਮ ਕਰਦੇ ਆ। ਖੁਦਗਰਜੀ ਮਰਜੀ ਨਿਜ ਸੈ। ਤੇ ਹੁਣ ਖੁਦਗਰਜੀ ਪੈਦਾ ਹੋ ਗਈ ਆਪਣੀ ਮਰਜੀ ਨਾਲ। ਉਪਦੇਸ਼ ਤਜੋ ਨਿਜ ਕਾਜ ਸਰੈ। ਉਪਦੇਸ਼ ਨੂੰ ਛੱਡ ਦਿੰਦਾ ਤੇ ਉਹ ਉਪਦੇਸ਼ ਦਿੰਦੇ ਆ ਜਿਹਦੇ ਨਾਲ ਆਪਦੇ ਕੰਮ ਸਵਰਨ। ਤੈਸ ਖੱਤਰੀ ਥੇ ਜੋ ਭੀ। ਇਸੇ ਤਰ੍ਹਾਂ ਕਹਿੰਦੇ ਜਿਹੜੇ ਖੱਤਰੀ ਸਨ ਉਹ ਵੀ ਕੁਲ ਰੀਤ ਧਰਮ ਪ੍ਰਤੀਤ ਹਤੀ। ਇਹਨਾਂ ਨੇ ਵੀ ਕੁਲ ਦੀ ਜਿਹੜੀ ਧਰਮ ਰੀਤੀ ਸੀ ਉਹਦਾ ਭਰੋਸਾ ਖਤਮ ਕਰ ਲਿਆ, ਪ੍ਰਤੀਤੀ ਨਾਸ਼ ਕਰ ਲਈ। ਬਿੱਤ ਵਿਸਾਲੇ ਰਾਖ ਦਿਵਾਲੇ। ਦੇਖੋ ਕਹਿੰਦੇ ਬਹੁਤਾ ਧਨ ਕੋਲ ਹੁੰਦਿਆਂ ਵੀ ਦਿਵਾਲੇ ਕੱਢ ਲੈਂਦੇ। ਕੱਢਤ ਭਵਤ ਫਿਰ ਸ਼ਾਹ ਅਤੀ। ਦਿਵਾਲਾ ਕੱਢ ਕੇ ਫਿਰ ਕਹਿੰਦੇ ਵੱਡੇ ਸ਼ਾਹੂਕਾਰ ਬਣ ਜਾਂਦੇ। ਖਿਆਨਤ ਕਰਤ ਇਮਾਨਤ ਮੈਂ ਇਮ। ਇਉਂ ਲੋਕਾਂ ਦੀ ਇਮਾਨਤ ਦੇ ਵਿੱਚ ਵਪਾਰੀ ਲੋਕ ਬੇਈਮਾਨੀ ਕਰਦੇ। ਗਇਓ ਭਰੋਸ ਵਪਾਰ ਵਰੈ। ਹੁਣ ਤਾਂ ਚੰਗੇ ਵਪਾਰ ਦਾ ਵੀ ਭਰੋਸਾ ਖਤਮ ਹੋ ਗਿਆ। ਖਾਨ ਪਾਨ ਪਹਿਰਾਵੇ ਪਿਛਲੇ। ਜਿਹੜਾ ਪਿਛਲਾ ਖਾਣਾ ਪੀਣਾ ਤੇ ਪਹਿਨਣਾ ਸੀ ਤਜੇ ਵਿਪਰੀਏ ਔਰ ਕਰੈ। ਉਹ ਛੱਡ ਤੇ ਸਗੋਂ ਹੋਰ ਉਲਟੇ ਪੁਲਟੇ ਕਰਨ ਲੱਗ ਗਏ। ਕੋਟ ਬੂਟ ਪਤਲੂਨ ਸੂਟ ਧਰ। ਹੁਣ ਤਾਂ ਕਹਿੰਦੇ ਕੋਟ ਬੂਟ ਪਤਲੂਨਾ ਸੂਟ ਪਾ ਕੇ ਚਿਲ ਤੇ ਚਮਕਣ ਜੋਗੇ ਹੈ। ਤੇ ਕੁੜਤੇ ਵੀ ਜਿਹੜੇ ਚਮਕਣੇ ਪਾਉਣ ਜੋਗੀ ਦੁਨੀਆ ਰਹੇਗੀ। ਜੋਗ ਅਜੋਗ ਭੋਗ ਬਹੁ ਭੋਗਤ। ਖਾਣ ਨਾ ਖਾਣ ਜੋਗ ਕੋਈ ਨਹੀਂ ਸੋਚਦਾ। ਇਹੋ ਜਿਹੇ ਬਹੁਤ ਭੋਗਾਂ ਨੂੰ ਭੋਗਦੇ ਹੈ। ਬਕੈ ਗਿਆਨ ਕੇ ਭੋਗੇ ਹੈ। ਤੇ ਗਿਆਨ ਦੀਆਂ ਤਰਕਾਂ ਹੁਜਤਾਂ ਬੋਲਦੇ ਆ। ਜੇ ਕੋਈ ਗੱਲ ਕਰਦਾ ਧਰਮ ਦੀ ਤਰਕਾਂ ਕਰਦੇ। ਨਿਜ ਤੀਆ ਤਜ ਪਰ ਘਰ ਰਮ ਹੈ। ਆਪਣੀ ਇਸਤਰੀ ਨੂੰ ਛੱਡ ਕੇ ਪਰਾਏ ਘਰਾਂ ਨੂੰ ਰਮਦੇ ਆ। ਕਹਿ ਬੇਸਵਾ ਬਿਵਚਾਰਨ ਸੈ। ਕੋਈ ਕਹਿੰਦੇ ਬੇਸ਼ਵਾਵਾਂ ਬਿਵਚਾਰਨਾ ਕੋਲ ਤੁਰਿਆ ਫਿਰਦਾ। ਯਾਹੀ ਤੈ ਤਿਨ ਕੀ ਨਾਰੈ ਭੀ। ਤੇ ਜਿਹੜੇ ਫਿਰ ਇਹੋ ਜਿਹੇ ਬੰਦੇ ਐ ਇਸ ਕਰਕੇ ਉਹਨਾਂ ਦੀਆਂ ਇਸਤਰੀਆਂ ਵੀ ਹਰਾਮ ਹੈ ਨਿਜ ਨਿਜ ਯਾਰਨ ਸੈ। ਉਹ ਆਪੋ ਆਪਣੇ ਮਿੱਤਰਾਂ ਨਾਲ ਜਿਹੜਾ ਹੈ ਰੰਗ ਰਲੀਆਂ ਮਨਾਉਂਦੀਆਂ ਨੇ। ਜੇ ਗਹਿਣੇ ਕੱਪੜੇ ਪਿਛਲੇ ਥੇ।
ਜਿਹੜੇ ਕਹਿੰਦੇ ਭਾਈ ਪਿਛਲੇ ਗਹਿਣੇ ਕੱਪੜੇ ਹੁੰਦੇ ਸਨ, ਸੂਦੇ ਸਾਦੇ ਸਭ ਛੋਰੇ, ਉਹ ਸਿੱਧੇ ਸਾਦੇ ਉਹਦਾ ਹੁਣ ਸਾਰੇ ਛੱਡ ਦਿੱਤੇ। ਨਕਸੇ ਨਏ ਨਏ ਨਿਤ ਕੱਢ ਹੈ, ਤੇ ਨਮੂਨੇ ਫੈਸ਼ਨ ਦੇ ਨਿਤ ਨਵੇਂ ਨਵੇਂ ਕੱਢਦੇ। ਪੜ੍ਹ ਹੈ ਔਗਣ ਨਹਿ ਥੋਰੇ, ਪੜ੍ਹਦੇ ਨੇ ਪਰ ਥੋੜੇ ਔਗਣ ਨਹੀਂ ਕਰਦੇ, ਬਹੁਤੇ ਔਗਣ ਕਰਦੇ। ਬੇਸ਼ਵਾ ਕੁਟਲਾ ਬੇਸਿਆ ਕੁਲਟਾ ਤੈ ਭੀ ਵੱਢ ਕੇ। ਹੁਣ ਤਾਂ ਕਹਿੰਦੇ ਭਾਈ ਇਹ ਹਾਲ ਹੋ ਗਿਆ ਵਸਤਰ ਪਹਿਨਣ ਦਾ ਵੀ ਬੇਸ਼ਵਾ ਵਿਚਾਰਨ ਤੋਂ ਵੀ ਵਾਧੂ ਅੱਗੇ ਹੋ ਕੇ, ਭਾਵੇਂ ਵੀ ਜਿਹੇ ਜੇ ਨਾਚ ਗਾਣੇ ਕਰਨ ਵਾਲੀਆਂ ਤਾਂ ਪਾਉਂਦੀਆਂ ਸੀ, ਉਹਨਾਂ ਨੇ ਤਾਂ ਆਪਣਾ ਹਾਵ ਭਾਵ ਸਰੀਰ ਦਿਖਾ ਕੇ ਲੋਕਾਂ ਤੋਂ ਮਾਇਆ ਲੈਣੀ। ਹੁਣ ਤਾਂ ਕਹਿੰਦੇ ਸਾਡੀਆਂ ਆਪਦੇ ਹੀ ਨਹੀਂ ਘਰਾਂ ਦੀਆਂ, ਇਹ ਉਹਨਾਂ ਤੋਂ ਵੀ ਅੱਗੇ ਵੱਧ ਕੇ ਜੇਵਰ ਤੇਵਰ ਤੀਏ ਪਹਿਰੈ, ਕੋਹੇ ਜੇ ਭਾਈ ਅੱਗੇ ਵੱਧ ਗਹਿਣੇ ਤੇ ਵਸਤਰ ਪਾਉਂਦੀ ਹੈ। ਅਤੀ ਬਚਿੱਤਰ ਰਚੈ ਚਰਿੱਤਰ, ਅਨੇਕਾਂ ਤਰ੍ਹਾਂ ਦੇ ਚਰਿੱਤਰ ਰਚਦੀਆਂ। ਹਾਵ ਭਾਵ ਕਰ ਹੈ ਕਹਿਰੈ, ਬੜੇ ਕਹਿਰ ਦੇ ਹਾਵ ਭਾਵ ਕਰਦੀਆਂ ਹਨ। ਸ਼ਾਹੂਕਾਰ ਸਰਦਾਰੈ ਪੰਡਤੈ, ਜਿਹੜੇ ਸ਼ਾਹੂਕਾਰ ਸਰਦਾਰ ਪੰਡਤ ਹੈ। ਪੂਜਾਰੈ ਵਕੀਲੈ, ਪੁਜਾਰੀ ਤੇ ਵਕੀਲ ਹੈ। ਨਿਜ ਪਸ ਸਮਝ ਰਮਜ ਸੈ ਲੈ ਹੈ, ਕਹਿੰਦੇ ਇਹ ਤਾਂ ਲੋਕਾਂ ਨੂੰ ਆਪਣੇ ਪਸ਼ੂ ਇਹਨਾਂ ਸਮਝ ਕੇ ਇਸ਼ਾਰੇ ਨਾਲ ਹੀ ਲੈ ਲੈਂਦੇ। ਭਾਵਤ ਕਾਮ ਬਿਨਾ ਢਿੱਲੈ, ਮਨ ਭਾਉਂਦੇ ਕੰਮ ਬਿਨਾ ਦੇਰੀ ਤੋਂ। ਵਹਿ ਭੀ ਪੜ੍ਹੇ ਪਸ਼ੂ ਜਿਮ ਨਾਚੈ, ਕਹਿੰਦੇ ਇਹ ਵੀ ਪੜ੍ਹੇ ਹੋਏ ਜਿਹੜੇ ਮਾੜਾ ਮੋਟਾ ਜਾਣਦੇ ਨੇ, ਸ਼ਾਹੂਕਾਰ ਸਰਦਾਰ ਪੰਡਤ ਪੁਜਾਰੀ ਵਕੀਲ, ਇਹਨਾਂ ਦੀ ਬੁੱਧੀ ਵੀ ਪਸ਼ੂਆਂ ਵਰਗੀ ਹੋ ਗਈ। ਇਹ ਵੀ ਪੜ੍ਹੇ ਹੋਏ ਆਉਣ ਨੱਚਦੇ ਆ ਜਿਵੇਂ ਪਸ਼ੂ ਨੱਚਦਾ ਹੁੰਦਾ। ਜਾਚੈ ਨਾਰ ਨਿੱਕੀ ਮੁੱਦਤਾ, ਇਹ ਵੀ ਕਹਿੰਦੇ ਇਸਤਰੀਆਂ ਦੀ ਪ੍ਰਸੰਨਤਾ ਚਾਹੁੰਦੇ ਆ, ਦੱਸ ਕਿਵੇਂ ਖੁਸ਼ ਹੈ। ਮਾਤ ਪਿਤਾ ਨਿਜ ਗੁਰੂ ਇਸ਼ਟ ਕੋ, ਮਾਂ ਬਾਪ ਆਪਣੇ ਗੁਰੂ ਇਸ਼ਟ ਨੂੰ। ਮਾਨੈ ਨਹਿ ਤੀਆ ਸੰਬਦਤਾ, ਹੁਣ ਤਾਂ ਮੰਨਦੇ ਨਹੀਂ, ਕਹਿੰਦੇ ਬਸ ਔਰਤ ਵਰਗਾ ਬੁੱਧੀਵਾਨ ਵੀ ਨਹੀਂ ਮੰਨਦੇ ਗੁਰੂ ਨੂੰ। ਤਾਂ ਜੋ ਜੋਰਾਂ ਦਾ ਆਖਿਆ ਪੁਰਖ ਕਮਾਮ ਦੇ ਬਾਣੀ ਵਿੱਚ ਵੀ ਹੈ। ਉਪਜੈ ਸ਼ੰਕਰ ਬਰਨ ਸੁਤਾ ਸੁਤ, ਲੜਕੇ ਲੜਕੀਆਂ ਸ਼ੰਕਰ ਵਰਨ ਪੈਦਾ ਹੋਣ ਲੱਗ ਪਏ, ਭਾਵ ਵੀ ਕੋਈ ਪਤਾ ਹੀ ਨਹੀਂ ਲੱਗਦਾ ਹੈ ਕੌਣ ਹੈ। ਕਰਮ ਧਰਮ ਜਾਂ ਤੈ ਨਾਸੈ, ਇਸ ਕਰਕੇ ਕਰਮ ਧਰਮ ਤੇ ਦੂਰ ਹੀ ਹੋ ਗਿਆ। ਬਲਕੈ ਤੀਨ ਵਰਨ ਤੈ ਨੀਕੈ, ਬਲਕਿ ਹੁਣ ਤਾਂ ਕਹਿੰਦੇ ਜਿਹੜੇ ਬ੍ਰਾਹਮਣ ਖੱਤਰੀ ਵੈਸ਼ ਇਹਨਾਂ ਤਿੰਨਾਂ ਵਰਨਾਂ ਨਾਲੋਂ ਤਾਂ ਸਗੋਂ ਚੰਗੇ। ਸੂਦਰ ਧਰਮੀ ਅਤ ਭਾਸੈ, ਕਹਿੰਦੇ ਜਿਹੜੇ ਸੂਦਰ ਹੈ ਉਹ ਚੰਗੇ ਧਰਮੀ ਦਿਸਦੇ ਨੇ। ਭਗਤੀ ਭਜਨ ਸੁਕਰਮ ਧਰਮ ਕ੍ਰਿਤ, ਜਿਹੜੇ ਕਹਿੰਦੇ ਗਰੀਬ ਹੋ ਕੇ ਰੱਬ ਦਾ ਨਾਮ ਤਾਂ ਲੈ ਲੈਂਦੇ ਆ। ਭਗਤੀ ਭਜਨ ਸ੍ਰੇਸ਼ਟ ਕਰਮ ਧਰਮ ਦੀ ਕ੍ਰਿਤ। ਕਰ ਖੈ ਹੈ ਯੁਤ ਉਤਸ਼ਾਹ ਹੈ, ਉਤਸ਼ਾਹ ਨਾਲ ਕਰਕੇ ਛਕਦੇ ਆ। ਸ਼ਰਧਾ ਇਸ਼ਟ ਗੁਰੂ ਸੰਤੋਂ ਮੈਂ, ਕਹਿੰਦੇ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਹੋ ਇਹ ਸਗੋਂ ਗਰੀਬਾਂ ਦੀ ਹਜੇ ਆਪਣੇ ਇਸ਼ਟ ਗੁਰੂ ਵਿੱਚ ਸ਼ਰਧਾ ਸੰਤਾਂ ਵਿੱਚ ਹੈਗੀ ਹੈ। ਦਇਆ ਸੇਵ ਸਤ ਸੰਗ ਚਾਹੈ, ਇਹ ਹਜੇ ਦਇਆ ਸੇਵਾ ਸਾਸੰਗ ਚਾਹੁੰਦੇ ਨੇ। ਹਰਿ ਕ੍ਰਿਸ਼ਨ ਨਾਮ ਗੁਰ ਬਰਦੈ ਸਦਗੁਣ, ਗੁਰੂ ਹਰਿ ਕ੍ਰਿਸ਼ਨ ਸਾਹਿਬ ਤੇ ਨੌਵੇਂ ਗੁਰੂ ਮਹਾਰਾਜ ਦੇ ਵਰ ਕਰਕੇ। ਵਰਤੈ ਤੀਐ ਸੂਦਰੋਂ ਮੈਂ ਹੈ, ਕਹਿੰਦੇ ਜਿਹੜੇ ਸੋਹਣੇ ਸ਼ੁਭ ਗੁਣ ਹੈ ਉਹ ਭਾਈ ਇਸਤਰੀਆਂ ਤੇ ਸ਼ੂਦਰਾਂ ਵਿੱਚ ਵਰਤਦੇ ਆ। ਇਸਤਰੀਆਂ ਵਿੱਚ ਹੈਗੇ ਕਿਉਂਕਿ ਮਹਾਰਾਜ ਨੌਵੇਂ ਪਾਤਸ਼ਾਹ ਨੇ ਕਿਹਾ ਸੀ ਮਾਈਆਂ ਰੱਬ ਰਜਾਈਆਂ, ਉਦੋਂ ਦਾ ਵਰ ਹੈ। ਤੀਰਥ ਵਰਤ ਦਾਨ ਪੁੰਨ ਮੈਤਰੀ, ਇਹ ਤੀਰਥ ਵਰਤ ਦਾਨ ਪੁੰਨ ਮਿੱਤਰਤਾ ਭਾਵ ਦਇਆ। ਮਿਹਰ ਮਿਹਰਿਓ ਮੈਂ ਰਹਿ ਹੈ, ਇਹ ਸ਼ੁਭ ਗੁਣ ਗਿਆਨੀ ਜੀ ਕਹਿੰਦੇ ਇਸਤਰੀਆਂ ਵਿੱਚ ਰਹਿ ਜਾਂਦੇ ਆ। ਪਿਛਲੇ ਗ੍ਰੰਥਨ ਮੈਂ ਲਿਖ ਰਾਖੇ, ਪਿਛਲੇ ਗ੍ਰੰਥਾਂ ਵਿੱਚ ਲਿਖ ਕੇ ਰੱਖੇ ਹੋਏ। ਜੇ ਲਖਨ ਕਲ ਕੇ ਜੀਵੈ,
ਜੇ ਕਹਿੰਦੇ ਭਾਈ ਇਹ ਕਲਯੁਗ ਦੇ ਲੱਛਣ ਜਿਹੜੇ ਆ ਜੀਵਾਂ ਦੇ, ਅਬ ਵਹਿ ਸਭ ਪ੍ਰਤੱਖ ਪੇਖੀਅਤ, ਇਹ ਹੁਣ ਉਹ ਸਮਾਂ ਆ ਗਿਆ ਗ੍ਰੰਥਾਂ 'ਚ ਲਿਖੇ ਹੋਏ ਲੱਛਣ ਪ੍ਰਤੱਖ ਵੇਖੇ ਜਾਂਦੇ। ਅਦਿਕ ਅਦਿਕ ਆਗੈ ਥੀਵੈ, ਸਗੋਂ ਬਹੁਤੇ ਤੋਂ ਬਹੁਤਾ ਅੱਗਾ ਹੋ ਕੇ ਔਗਣ ਕਰਦੇ ਆ। ਕਪਟ ਫਰੇਬ ਝੂਠ ਛਲ ਬੁੱਧੀ, ਫਿਰ ਕਪਟ ਫਰੇਬ ਝੂਠ ਛਲ ਵਾਲੀ ਬੁੱਧ, ਕਲ ਪ੍ਰਭਾਵ ਅਤ ਵੱਡੇ ਪਿਖਿਓ। ਇਹ ਕਹਿੰਦੇ ਭਾਈ ਕਲਯੁਗ ਦੇ ਪ੍ਰਭਾਵ ਕਰਕੇ ਬਹੁਤ ਵਧੇ ਵੇ ਵੇਖੀ ਦੇ। ਰਾਜਾ ਜਥਾ ਤਥਾ ਪਰਜਾ ਹੋਏ, ਜਿਹੋ ਜਿਹਾ ਰਾਜਾ ਹੋ ਜਾਂਦਾ ਉਹੇ ਜੀ ਪਰਜਾ ਹੋ ਜਾਂਦੀ ਹੈ। ਜਦੀ ਮੰਨੂ ਨੇ ਭੀ ਲਿਖਿਓ, ਕਹਿੰਦੇ ਇਹ ਗੱਲ ਮੰਨੂ ਸਿਮਰਤੀ ਵਾਲੇ ਨੇ ਵੀ ਭਾਵੇਂ ਲਿਖੀ ਹੈ। ਪੈ ਅੰਗਰੇਜ਼ਨ ਕੀ ਪਤਸ਼ਾਹੀ ਮੈਂ, ਫਿਰ ਐਸਾ ਹਾਲ ਹੋਇਆ ਵੀ ਅੰਗਰੇਜ਼ਾਂ ਦਾ ਰਾਜ ਆਇਆ। ਉਹਨਾਂ ਨੇ ਫਿਰ ਦੁਨੀਆ ਨੂੰ ਦਿਖਾਉਣਾ ਸੀ ਕਿ ਅਸੀਂ ਤੋਂ ਤੁਹਾਡੇ ਜਿਹੜੇ ਪਹਿਲਾਂ ਵਾਲੇ ਰਾਜੇ ਸੀ ਉਹਨਾਂ ਨੂੰ ਚੰਗੇ ਆ। ਤਾਂ ਅੰਗਰੇਜ਼ਾਂ ਨੇ ਪਹਿਲਾਂ ਬੜੀਆਂ ਸਹੂਲਤਾਂ ਦਿੱਤੀਆਂ ਲੋਕਾਂ ਨੂੰ। ਇਸ ਕਰਕੇ ਗਿਆਨੀ ਜੀ ਕਹਿੰਦੇ ਲੋਕਾਂ ਵਿੱਚ ਇਹ ਹੋਇਆ ਵੀ ਪੈ ਅੰਗਰੇਜ਼ਨ ਕੀ ਪਤਸ਼ਾਹੀ, ਪਰ ਜਿਹੜੀ ਅੰਗਰੇਜ਼ਾਂ ਦੀ ਬਾਦਸ਼ਾਹੀ ਹੈ ਇਹਦੇ ਵਿੱਚ ਹੈ ਸਦਗੁਣ ਭੂਰ ਭਲੇ, ਬਹੁਤ ਚੰਗੇ ਸ੍ਰੇਸ਼ਟ ਗੁਣ ਹਨ। ਅਮਨ ਰੂਪ ਸੁੱਠ ਚਮਨ ਰਹਿਓ ਖਿਲ, ਹੁਣ ਸ਼ਾਂਤੀ ਰੂਪੀ ਸੋਹਣਾ ਬਾਗ ਖਿੜ ਰਿਹਾ। ਸ਼ਮਨ ਸ਼ੋਕ ਲੁੱਟ ਮਾਰ ਕਲੇ, ਜਿਹੜਾ ਲੁੱਟ ਮਾਰ ਲੜਾਈ ਸੇ ਸ਼ਮਨ ਨਾਸ਼ ਹੋ ਗਏ। ਰੰਕਾ ਰੈਨ ਫਵੀ ਪਤਸ਼ਾਹੀ, ਅੰਗਰੇਜ਼ਾਂ ਦੀ ਫਿਰ ਜਦੋਂ ਪਾਤਸ਼ਾਹੀ ਆਈ, ਰੰਕਾ ਰੈਨ, ਰੰਕਾ ਰੈਨ ਕਹਿੰਦੇ ਨੇ ਰੈਨ ਰਾਤ ਨੂੰ, ਰੰਕਾ ਪੁੰਨਿਆਂ ਦੀ ਰਾਤ ਜਿਵੇਂ ਪ੍ਰਕਾਸ਼ ਦਿੰਦੀ ਹੈ। ਪਾਤਸ਼ਾਹੀ ਅੰਗਰੇਜ਼ਾਂ ਦੀ ਪੁੰਨਿਆਂ ਦੀ ਰਾਤ ਵਾਂਗੂ ਫੱਬਦੀ ਹੈ। ਵਰਤੀ ਸ਼ਾਂਤੀ ਸਰਦ ਰਿਤੈ, ਤੇ ਜਿਵੇਂ ਸਰਦੀ ਦੀ ਰੁੱਤ ਵਿੱਚ ਸ਼ਾਂਤੀ ਹੁੰਦੀ ਆ ਉਹ ਸ਼ਾਂਤੀ ਹੋਈ। ਚੰਦ ਅਮੰਦ ਹੁਕਮ ਪ੍ਰਕਾਸ਼ਿਤ, ਫਿਰ ਗੁਰਮੁਖੋ ਜਿਹੜਾ ਸੋਹਣਾ ਸੁੰਦਰ ਉਜਲ ਚੰਦ ਦਾ ਹੁਕਮ ਰੂਪੀ ਪ੍ਰਕਾਸ਼ ਹੈ। ਪੂਰਨ ਪ੍ਰਭਾ ਪ੍ਰਤਾਪ ਯੁਤੈ, ਪੂਰਨ ਪ੍ਰਤਾਪ ਸੋਭਾ ਸਹਿਤ ਸਾਰਾ ਹੋ ਰਿਹਾ। 16 ਕਲਾਂ ਕਲਤ ਸੰਪੂਰਨ, ਬਹੁਤ ਸੁੰਦਰ 16 ਕਲਾਂ ਸੰਪੂਰਨ ਜਿਹੜਾ ਚੰਦਰਮਾ ਹੈ। ਮਲਕਾ ਮੁਲਕੈ ਪਰ ਭਾਸੈ, ਉਹ ਕਹਿੰਦੇ ਹੁਣ ਮਲਕਾਂ ਦਾ ਸਾਰੇ ਮੁਲਕਾਂ ਤੇ ਪ੍ਰਕਾਸ਼ ਦਾ। ਮਲਕਾਂ ਕੌਣ ਸੀ? ਮਹਾਰਾਣੀ ਵਿਕਟੋਰੀਆ। ਕੌਂਸਲ ਸੁਰਗਨ ਸਸੀ ਪਰਵਾਰਿਓ, ਤੇ ਜਿਹੜੇ ਕੌਂਸਲ ਦੇ ਮੈਂਬਰ ਬਣਾਏ ਸੀ ਇੱਥੇ, ਉਹ ਵਾਂ ਜਾਣੋ ਵੀ ਬਹੁਤੇ ਤਾਰਿਆਂ ਨੇ ਮਲਕਾ ਰੂਪੀ ਚੰਦਰਮੇ ਨੂੰ ਘੇਰਿਆ ਹੋਇਆ ਹੈ। ਜੈਸ ਚਹੈ ਤਿਮ ਪ੍ਰਕਾਸ਼ੈ, ਤੇ ਜਿਵੇਂ ਹੁਣ ਕੌਂਸਲ ਦੇ ਮੈਂਬਰ ਰੂਪੀ ਤਾਰੇ ਚਾਹੁੰਦੇ ਆ, ਇਹ ਵਿਕਟੋਰੀਆ ਰੂਪੀ ਮਲਕਾ ਜਿਹੜੀ ਹੈ ਉਹ ਚੰਦਰਮਾ ਹੁਣ ਉਸੇ ਤਰ੍ਹਾਂ ਦਾ ਹੀ ਚਾਨਣ ਕਰਦਾ ਹੈ। ਕਰੁਣਾ ਨਹਿਰੈ ਚਹਿਰੈ ਜਿਤ ਕਿਤ, ਤੇ ਅੰਗਰੇਜ਼ਾਂ ਨੇ ਫਿਰ ਐਸੇ ਹਾਲ ਵਿੱਚ ਨਹਿਰਾਂ ਕੱਢਣੀਆਂ ਸ਼ੁਰੂ ਕਰਤੀਆਂ। ਲੋਕ ਬੜੇ ਖੁਸ਼ ਹੋਏ ਕਿ ਸਾਨੂੰ ਦੇਖੋ ਪਾਣੀ ਦਿਆ ਤਾਂ ਨਹਿਰਾਂ ਕੱਢ ਕੱਢ। ਇਹ ਅੰਗਰੇਜ਼ਾਂ ਦੀ ਕਿਰਪਾ ਨਾਲ ਜਿੱਥੇ ਕਿੱਥੇ ਗਿਆਨੀ ਜੀ ਕਹਿੰਦੇ ਭਾਈ ਨਹਿਰਾਂ ਨੇ ਸ਼ਹਿਬਰਾਂ ਲਾਤੀਆਂ। ਪਾਲਤ ਸੱਸ ਰਸ ਹਦਕ ਕਰੈ, ਇਉਂ ਖੇਤੀਆਂ ਨੂੰ ਪਾਲਦੀਆਂ ਨੇ ਤੇ ਬਹੁਤਾ ਰਸ ਪੈਦਾ ਕਰਦੀਆਂ ਨੇ। ਹਰੇਲ ਫਿਰਤ ਸਿਸ ਮਾਰ ਚੱਕਰ ਸੀ, ਹੁਣ ਤਾਂ ਕਹਿੰਦੇ ਸਿਸ ਮਾਰ ਚੱਕਰ, ਤਾਰਾ ਮੰਡਲ ਵਾਂਗੂ ਰੇਲਾਂ ਫਿਰਦੀਆਂ। ਪਰਜਾ ਨਿਰਭੈ ਸੁਖਦ ਤਰੈ, ਤੇ ਰਾਜਿਆਂ ਤੇ ਪਰਜਾ ਨੂੰ ਬਹੁਤ ਸੁਖ ਦੇ ਰਹੀਆਂ। ਲੋਕ ਇੱਧਰ ਉੱਧਰ ਜਾਣ ਲੱਗ ਗਏ। ਤਾਰੈ ਸਾਰੈ ਦੇਤ ਅਪਾਰੈ, ਫਿਰ ਗੁਰਮੁਖੋ ਤਾਰ ਤਾਰ ਹੁੰਦੀ ਸੀ। ਅੱਗੇ ਖਬਰਾਂ ਜਿਵੇਂ ਆਉਂਦੀਆਂ ਵੀ ਫਲਾਣੇ ਨੇ ਉੱਥੋਂ ਤਾਰ ਭੇਜੀ ਡਾਕ ਮਹਿਕਮੇ ਰਾਹੀਂ। ਤਾਰੈ ਸਾਰੈ ਦੇਤ ਅਪਾਰੈ, ਤਾਰਾਂ ਬਹੁਤ ਖਬਰਾਂ ਦਿੰਦੀਆਂ ਨੇ। ਈਸ਼ ਸ਼ਕਤ ਕੈ ਉਲਕਾ ਹੈ, ਇਹ ਜਾਣੋ ਈਸ਼ਵਰ ਦੀਆਂ ਸ਼ਕਤੀਆਂ, ਜਿਵੇਂ ਆਕਾਸ਼ ਚੋਂ ਡਿੱਗਦੇ ਤਾਰਿਆਂ ਦਾ ਹੀ ਕੋਈ ਚਮਤਕਾਰ ਹੋ ਗਿਆ। ਸੇਜੈ ਸੜਕੈ ਸੁਧੀ ਸਾਫੈ, ਹੁਣ ਗਿਆਨੀ ਜੀ ਕਹਿੰਦੇ ਅੰਗਰੇਜ਼ਾਂ ਨੇ ਇਹੋ ਜਿਹੇ ਬਣਾਤਾ ਹਾਲ, ਸਿੱਧੀਆਂ ਸਾਫ ਐਨ
ਆਰਾਮ ਦੇਣ ਵਾਲੀਆਂ ਸੜਕਾਂ ਬਣਾਤੀਆਂ। ਸ਼ਹਿਰ ਸਫਾਈ ਮੁਲਕਾਂ ਮੈਂ, ਤੇ ਸਾਰੇ ਮੁਲਕਾਂ ਸ਼ਹਿਰਾਂ 'ਚ ਸਫਾਈ ਹੋ ਗਈ। ਵਿਦਿਆ ਵਿਵਿਧ ਬਧੂ ਲਪਟਾਨੀ, ਅਨੇਕਾਂ ਤਰ੍ਹਾਂ ਦੀ ਵਿਦਿਆ ਰੂਪੀ ਬਹੁਟੀ ਨਾਲ ਲਪਟ ਕੇ ਲੋਗ ਭੋਗ ਲੇਤੇ ਰਸ ਹੈ। ਲੋਗ ਆਨੰਦ ਮਾਣਦੇ ਆ, ਭਾਵ ਵਿਦਿਆ ਪੜ੍ਹ ਰਹੇ ਆ। ਚੋਰ ਚਕੋਰ ਬਿਲਾਰ ਯਾਰ ਗਨ, ਚੋਰਾਂ ਰੂਪੀ ਚਕੋਰ, ਯਾਰਾਂ ਰੂਪੀ ਬਿੱਲੇ ਤੇ ਆਦਿਕ। ਤਮ ਬਿਵਚਾਰ ਰਹਿਓ ਲਸ ਹੈ, ਕਹਿੰਦੇ ਬਿਵਚਾਰ ਰੂਪੀ ਹੁਣ ਹਨੇਰਾ ਚਮਕ ਰਿਹਾ, ਭਾਵ ਇਹਨਾਂ ਨੂੰ ਹਨੇਰਾ ਹੋ ਗਿਆ। ਨੀਂਦ ਆਜ਼ਾਦੀ ਪ੍ਰਾਪਤ ਸਭ ਕੋ, ਇਉਂ ਜਾਣੋ ਕਿ ਆਜ਼ਾਦੀ ਦੀ ਨੀਂਦ ਸਾਰਿਆਂ ਨੂੰ ਮਿਲ ਗਈ। ਝਗੜੇ ਸੁਪਨ ਰਹੇ ਗਹਿ ਹੈ, ਹੁਣ ਝਗੜੇ ਰੂਪੀ ਸੁਪਨਿਆਂ ਵਿੱਚ ਦੁਨੀਆ ਜਿਹੜੀ ਹੈ ਉਹ ਝਗੜਿਆਂ ਰੂਪੀ ਸੁਪਨੇ ਫੜ ਰਹੇ ਨੇ। ਆਲਮ ਚੁੰਗ ਚਰਾਗ ਪ੍ਰਕਾਸ਼ ਹੈ, ਜਿਹੜੇ ਵਿਦਵਾਨ ਨੇ ਵਿਦਵਾਨਾਂ ਦੇ ਜਥੇ ਦੀਵਿਆਂ ਵਾਂਗੂ ਪ੍ਰਕਾਸ਼ਦੇ ਹੈ। ਧਨ ਵਕੀਲ ਬੇਸ਼ਿਆ ਲਹਿ ਹੈ, ਵਕੀਲ ਤੇ ਬੇਸ਼ਵਾ ਧਨ ਲੈਂਦੇ ਨੇ। ਨਿਸਚਰ ਕਾਮੀ ਵਿਸ਼ੇ ਆਰਾਮੀ, ਵਿਸ਼ੇ ਸੁਖ ਭੋਗਣ ਵਾਲੇ ਜਿਹੜੇ ਕਾਮੀ ਨੇ ਨਿਸ਼ਚਰ ਉੱਲੂਆਂ ਵਾਂਗੂ ਫਿਰਦੇ। ਸਦਗਾਮੀ ਕਾ ਭੋਤ ਤਰਸੇ, ਤੇ ਸ਼ੁਭ ਰਸਤੇ ਤੇ ਚੱਲਣ ਵਾਲੇ ਉਹ ਕਬੂਤਰਾਂ ਵਾਂਗੂ ਡਰੇ ਹੋਏ। ਚਮਗਾਦਰ ਕਾਦਰ ਮੇ ਵੇਖ ਹੈ, ਜਿਹੜੇ ਕੈਰ ਰੂਪੀ ਚਮਗਿੱਦੜ ਆ ਉਹ ਤਾਂ ਮੇਵੇ ਖਾਂਦੇ ਆ। ਬਾਜ ਬਹਾਦਰ ਛੁਦਾ ਗਰਸੇ, ਤੇ ਬਹਾਦਰ ਰੂਪੀ ਬਾਜ ਜਿਹੜਾ ਉਹ ਭੁੱਖ ਦਾ ਮਾਰਿਆ ਪਿਆ। ਸੁੱਕ ਸਰਾਫ ਲੁਕ ਬਹੇ ਮੀਚ ਅੱਖ, ਜਿਹੜੇ ਸਰਾਫ ਨੇ ਸਰਾਫਾਂ ਰੂਪੀ ਤੋਤੇ ਅੱਖਾਂ ਮੀਚ ਕੇ ਬਹਿ ਗਏ। ਉੱਲੂ ਅਦਮ ਸ਼ਿਕਾਰ ਕਰੈ, ਹੁਣ ਨੀਚ ਪੁਰਖ ਰੂਪੀ ਉੱਲੂ ਸ਼ਿਕਾਰ ਕਰਦੇ ਫਿਰਦੇ। ਜਬਰੀ ਆਤਪ ਜ਼ੁਲਮੀ ਜਾਡਾ, ਬਹੁਤ ਜ਼ਬਰਦਸਤੀ ਜਿਹੜੀ ਹੋਣ ਲੱਗ ਗਈ ਹੈ ਉਹ ਧੁੱਪ ਤੇ ਜ਼ੁਲਮ ਰੂਪੀ ਪਾਲਾ। ਲੂਟ ਲੋਏ ਨਹਿ ਨਜ਼ਰ ਪਰੈ, ਤੇ ਲੁੱਟ ਰੂਪੀ ਲੋ ਇਹ ਹੁਣ ਨਜ਼ਰ ਨਹੀਂ ਪੈਂਦੀ। ਤਾਰਾ ਗਨ ਫਨ ਹੁਨਰ ਅਨੇਕੈ, ਹੁਣ ਭਾਈ ਬਹੁਤ ਤਾਰਿਆਂ ਵਾਂਗੂ ਅਨੇਕਾਂ ਗੁਣ ਹੁਨਰ ਚਮਤਕਾਰ ਦਿਖਰਾਏ ਰਹੇ, ਉਹ ਹੁਣ ਆਪੋ ਆਪਣੇ ਚਮਤਕਾਰ ਦਿਖਰਾ ਰਹੇ। ਹਾਕਮ ਮੰਗਲ ਆਦ ਨਛੱਤਰ, ਇਹ ਹਾਕਮਾਂ ਰੂਪੀ ਮੰਗਲ ਇਤਿਆਦਿਕ ਤਾਰੇ। ਪਰਜਾ ਤਈ ਦਬਾਏ ਬਹੇ, ਇਹ ਪਰਜਾ ਨੂੰ ਦਬਾਈ ਬੈਠੇ। ਪੁਲਿਸ ਫਨੀ ਯੁਤ ਮਨੀ ਹਕੂਮਤ, ਤੇ ਮਣੀ ਸਹਿਤ ਸੱਪ ਹੁੰਦਾ ਜਿਵੇਂ ਉਹਦੇ ਵਾਂਗੂ ਕਹਿੰਦੇ ਜਿਹੜੀ ਪੁਲਿਸ ਆ ਉਹ ਆਪਣੀ ਹਕੂਮਤ ਦਿਖਾਉਂਦੀ। ਦਿਖਰਾ ਲੋਗੈ ਦਬਕ ਛਕੈ, ਉਹ ਦਿਖਾ ਕੇ ਡਰਾ ਕੇ ਲੋਕਾਂ ਨੂੰ ਖਾਂਦੀ ਹੈ। ਇਹ ਫਿਰ ਅੰਗਰੇਜ਼ਾਂ ਨੇ ਪੁਲਿਸ ਬਣਾਈ ਸੀ। ਪੁਲਿਸ ਮਹਿਕਮਾ ਬਣਾਇਆ ਹੀ ਅੰਗਰੇਜ਼ਾਂ ਨੇ ਇਸ ਵਾਸਤੇ, ਲੋਕ ਵਿਦਰੋਹ ਨੂੰ ਦਬਾਉਣ ਵਾਸਤੇ। ਫਿਰ ਡੰਡਾ ਫੜਾਇਆ ਇਹਨਾਂ ਹੱਥ ਕਿ ਕੋਈ ਸਾਡੇ ਹਕੂਮਤ ਦੇ ਵਿਰੁੱਧ ਆਵਾਜ਼ ਉਠਾਵੇ ਉਹਨੂੰ ਉੱਤੇ ਡੰਡਾ ਫੇਰੋ। ਉਹੀ ਕਾਨੂੰਨ ਚੱਲੇ ਆਉਂਦੇ। ਜੇ ਤੁਸੀਂ ਕਹੋ ਲੋਕਾਂ ਦੀ ਸੁਰੱਖਿਆ ਨਹੀਂ ਅੰਗਰੇਜ਼ ਨੂੰ, ਤੁਸੀਂ ਹਿਸਟਰੀ ਪੜ੍ਹੋ ਪੁਲਿਸ ਦੀ। ਅੰਗਰੇਜ਼ਾਂ ਨੇ ਇਹ ਮਹਿਕਮਾ ਬਣਾਇਆ ਹੀ ਇਸ ਵਾਸਤੇ, ਵਰਨਾ ਪਹਿਲਾਂ ਇਕੱਲੀ ਫੌਜ ਹੁੰਦੀ ਸੀ। ਇਹ ਫਿਰ ਵੀ ਆਪੋ ਆਪਣੇ ਮੁਤਾਬਕ ਹੁਣ ਵੀ ਉਹੀ ਸਰਕਾਰਾਂ ਪੁਲਿਸ ਨੂੰ ਮਹਿਕਮੇ ਨੂੰ ਕੇਵਲ ਆਪਣੀ ਸੁਰੱਖਿਆ ਵਾਸਤੇ ਲੋਕਾਂ ਦੀ ਆਵਾਜ਼ ਦਬਾਉਣ ਲਈ ਹੀ ਵਰਤਾ ਰਹੀਆਂ ਨੇ ਸਾਰਾ। ਭੂਤ ਪ੍ਰੇਤ ਉਚੱਕੇ ਮੁਖਬਰ, ਜਿਹੜੇ ਚੋਰ ਚੱਕੇ ਮੁਖਬਰ ਹੈ ਉਹ ਭੂਤਾਂ ਪ੍ਰੇਤਾਂ ਵਾਂਗ ਵਿਚਰੈ ਜਹ ਤਹ ਦੁਖਦ ਬਕੈ, ਕਹਿੰਦੇ ਜਿੱਥੇ ਕਿਤੇ ਵੀ ਹੈ ਦੁਖਦਾਈ ਜਿਹੜੇ ਹੈ ਬੋਲ ਰਹੇ ਆ। ਰਾਜ ਅੰਗਰੇਜ਼ੀ ਮੈਂ ਯੁੱਤ ਤੇਜੀ, ਤੇ ਅੰਗਰੇਜ਼ਾਂ ਦੇ ਰਾਜ ਵੇ ਤੇਜੀ ਦੇ ਨਾਲ। ਇੰਤਜ਼ਾਮ ਚਾਨਣ ਸੋ ਹੈ, ਹੁਣ ਉਹਨਾਂ ਦਾ ਪ੍ਰਬੰਧ ਰੂਪੀ ਚਾਨਣ ਸੋਭ ਰਿਹਾ। ਐਨ ਅਮਨ ਬਹਿ ਪਵਨ ਚੈਨ ਪ੍ਰਦ, ਹੁਣ ਉਹ ਚੰਗੀ ਤਰ੍ਹਾਂ ਸ਼ਾਂਤੀ ਦੇਣ ਵਾਲੀ ਅਮਨ ਦੀ ਹਵਾ ਵਗਾ ਰਹੇ। ਨੀਂਦ ਨਿਚਿੰਤੀ ਸਭ ਕੋ ਹੈ, ਹੁਣ ਬੇਫਿਕਰੀ ਰੂਪੀ ਸਭ ਨੂੰ ਨੀਂਦ ਆਈ ਹੋਈ ਹੈ। ਬਿਨਾਂ ਕਲੇਸ਼ ਅਸ਼ੇਸ਼ ਭੋਗ ਰਸ, ਹੁਣ ਬਿਨਾਂ ਕਲੇਸ਼ ਤੋਂ ਬਹੁਤੇ ਭੋਗ ਰਸਾਂ। ਭੋਗੀ ਜੋਗੀ ਮਾਣ ਰਹੇ,
ਵੱਡੇ ਕਹਿੰਦੇ ਭੋਗੀ ਜੋਗੀ ਮਾਣ ਰਹੇ, ਡਾਕੇ ਧਾੜੇ ਮਿਟੇ ਪਵਾੜੇ। ਜਿਹੜੇ ਡਾਕੇ ਧਾੜੇ ਪਵਾੜੇ ਸੀ ਮਿਟ ਗਏ, ਸੁਖ ਪਤ ਕਾ ਪਰਮੋਦ ਲਹੇ। ਹੁਣ ਸੁਖੋਪਤੀ ਦਾ ਆਨੰਦ ਲੈਂਦੇ ਆ, ਮਾਨੋ ਗੂੜੀ ਨੀਂਦ ਦਾ ਆਨੰਦ ਲੈ ਰਹੇ ਆ। ਬ੍ਰਿਧ ਹੋਤ ਪਰਜਾ ਸਸ ਰਸ ਯੁਤ। ਪਰਜਾ ਰੂਪੀ ਖੇਤੀ ਜਿਹੜੀ ਹੈ ਹੁਣ ਰਸ ਨਾਲ ਵੱਧ ਰਹੀ ਹੈ। ਮਿਲਤ ਕਾਮੀ ਹੈ ਧਨ ਨਾਰੀ। ਕਾਮੀ ਪੁਰਸ਼ਾਂ ਨੂੰ ਧਨ ਤੇ ਨਾਰੀ ਮਿਲ ਰਹੀ ਹੈ। ਸਤਜੁਤ ਦੁਖਦ ਪ੍ਰੋਖ ਤਪਕਤਾ। ਸਤ ਜੁਤ ਦੁਖਤ ਪ੍ਰੋਖ ਤਪਤ ਕਾ। ਜਿਹੜੇ ਕਹਿੰਦੇ ਭਾਈ ਪਹਿਲਾਂ ਵੱਡੇ ਸਰਦਾਰ ਜਤੀ ਸਤੀ ਚੰਗੇ ਆਚਰਣ ਦੇ ਮਾਲਕ ਸਨ। ਪੁਰਾ ਸਰਦਾਰ ਜੋ ਥੇ ਭਾਰੀ। ਜਿਹੜੇ ਪਹਿਲਾਂ ਚੰਗੇ ਸਰਦਾਰ ਸਨ, ਉਹਨਾਂ ਦਾ ਰਾਜ ਭਾਗ ਖੁੱਸ ਗਿਆ। ਹੁਣ ਉਹ ਅੰਦਰੋਂ ਦੁਖੀ ਹੈ, ਉਹ ਤੜਫਦੇ ਆ ਚੰਗੇ। ਕੰਟਕ ਲੋਕ ਕਮਲ ਕੁਮਲਾਨੇ। ਜਿਹੜੇ ਦੁਖਦਾਈ ਲੋਕ ਆ ਉਹ ਕਮਲ ਵਾਂਗੂ ਕੁਮਲਾ ਗਏ। ਗਰੀਬ ਭੰਬੂਲ ਖਿਰੇ ਸਾਰੇ। ਤੇ ਜਿਹੜੇ ਭਾਈ ਗਰੀਬ ਐ ਉਹ ਭੰਬੂਲਾਂ ਕਮੀਆਂ ਵਾਂਗੂ ਹੁਣ ਖਿੜ ਗਏ ਨੇ। ਨਦਰ ਪਰ ਤਨਹਿ ਗਦਰ ਦਿਵਸ ਕਿਤ। ਕਿਤੇ ਵੀ ਹੁਣ ਬਗਾਵਤ ਦੀ ਨਿਗਾਹ ਨਹੀਂ ਪੈਂਦੀ। ਇਹੋ ਜਿਹਾ ਇਹਨਾਂ ਅੰਗਰੇਜ਼ਾਂ ਨੇ ਪ੍ਰਬੰਧ ਕਰ ਲਿਆ। ਦੁਖੀ ਡਕੈਤ ਕੋਕ ਭਾਰੇ। ਜਿਹੜੇ ਕੋਕ ਭਾਵ ਚਕਵੇ ਰੂਪੀ ਡਾਕੂ ਨੇ, ਉਹ ਗਿਆਨੀ ਜੀ ਕਹਿੰਦੇ ਭਾਈ ਬਹੁਤ ਦੁਖੀ ਨੇ। ਇਸ ਤਰ੍ਹਾਂ ਦੇ ਅੰਗਰੇਜ਼ਾਂ ਦੇ ਹਾਲ ਵਿੱਚ ਕੀ ਸੀ ਪਹਿਲਾਂ, ਕਿਵੇਂ ਕਿਵੇਂ ਫਿਰ ਇਹਨਾਂ ਨੇ ਦਿਖਾਇਆ, ਉਹ ਸਮੇਂ ਦੀ ਅਦਲਾ ਬਦਲੀ ਨੂੰ ਸਾਰਾ ਦੱਸ ਰਹੇ ਆ। ਬਾਕੀ ਆਪਾਂ ਇਹਦੋਂ ਅੱਗੇ ਕੱਲ ਪੜ੍ਹਾਂ ਸੁਣਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।